Okay, so first ਆਪਣੀ ਥਿਊਰੀ ਹਾਂ ਹੈਨਰੀ ਫਿਓਲ ਨੇ ਦਿੱਤੀ ਸੀ। ਇਹਨੂੰ ਅਸੀਂ ਕੀ ਹੈ ਨੋਰਮਲ ਜਿਹੜੇ ਪ੍ਰਿੰਸੀਪਲਸ ਨੇ ਬਿਜ਼ਨਸ ਮੈਨੇਜਮੈਂਟ ਦੇ ਉਹ ਵੀ ਮੰਨ ਕੇ ਚੱਲਦੇ ਆ। ਤਾਂ ਜੋ ਪ੍ਰਿੰਸੀਪਲ ਮੈਨੇਜਮੈਂਟ ਨੇ ਹੈਨਰੀ ਫਿਓਲ ਨੇ ਦਿੱਤੇ ਸੀ ਉਹ ਸਾਡੇ ਕੋਲ 14 ਪ੍ਰਿੰਸੀਪਲ ਸੀ। ਇਸ ਦੇ ਵਿੱਚੋਂ ਅਸੀਂ ਕੋਈ ਵੀ ਰਿਡਿਊਸ ਨਹੀਂ ਕਰਦੇ, ਸੀਕੁਐਂਸ ਕੋਈ ਲਰਨ ਕਰ ਲਓ ਕੋਈ ਪ੍ਰੋਬਲਮ ਨਹੀਂ ਹੈ, ਪਰ ਜੇ ਸਾਨੂੰ ਪ੍ਰਿੰਸੀਪਲ ਆ ਜਾਂਦੇ ਨੇ ਹੈਨਰੀ ਫਿਓਲ ਦੇ ਅਸੀਂ ਲਿਸਟ ਪ੍ਰੋਵਾਈਡ ਕਰਨੀ ਹੈ, ਸਾਨੂੰ 14 ਹੀ ਪ੍ਰੋਵਾਈਡ ਕਰਨੇ ਪੈਣ। ਸਿੰਪਲੀ ਅਸੀਂ ਪਹਿਲਾਂ ਕੀ ਕਰ ਸਕਦੇ, ਜੋ ਹੈਨਰੀ ਫਿਓਲ ਉਹਦੇ ਬਾਰੇ ਬੇਸਿਕ ਲਿਖ ਸਕਦੇ ਹਾਂ ਕਿ ਹੈਨਰੀ ਫਿਓਲ ਨੂੰ ਕੀ ਹੈਗੇ ਫਾਦਰ ਆਫ ਮਾਡਰਨ ਮੈਨੇਜਮੈਂਟ ਵੀ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਕੀ ਸੀਗਾ ਹੈਨਰੀ ਫਿਓਲ ਦਾ ਇਸ ਪੀਡੀਐਫ ਦੇ ਵਿੱਚ ਮੈਂ ਇਨਕਲੂਡ ਕਰ ਦੂੰਗੀ, ਤੁਸੀਂ ਡੇਟ ਆਫ ਬਰਥ ਲਿਖ ਸਕਦੇ ਹੋ, ਉਹ ਮੇਰੇ ਫਿਲਹਾਲ ਲਰਨ ਨਹੀਂ ਹੈ। ਮੈਂ ਤੁਹਾਨੂੰ ਦੱਸਿਆ ਸੀ ਕੋਈ ਕਿਸੇ ਵੀ ਟੀਚਰ ਦੇ ਇਦਾਂ ਦੇ ਬੇਸਿਕ ਚੀਜ਼ਾਂ ਲਰਨ ਨਹੀਂ ਹੁੰਦੀਆਂ, ਤਾਂ ਡੇਟ ਆਫ ਬਰਥ ਮੈਂ ਚੈੱਕ ਕਰਕੇ ਦੱਸ ਦੂੰਗੀ ਵੀ ਕਿੰਨਾ ਆਪਾਂ ਫਿਲ ਕਰਨਾ। ਪਰ ਮੈਂ ਬੇਸਿਕਲੀ ਹੁਣ ਜੋ ਫੋਕਸ ਕਰ ਰਹੀ ਹਾਂ ਨਾ ਉਹ ਮੈਂ ਕਿਸ ਤੇ ਕਰ ਰਹੀ ਹਾਂ, ਪ੍ਰਿੰਸੀਪਲਸ ਤੇ ਫੋਕਸ ਕਰ ਰਹੀ ਹਾਂ। ਪਹਿਲਾ ਪ੍ਰਿੰਸੀਪਲ ਕਹਿੰਦੇ ਕੀ ਕਿਹਾ ਸੀ, ਕਹਿੰਦੇ ਡਿਵੀਜ਼ਨ ਆਫ ਵਰਕ, ਕਹਿੰਦੇ ਜਿੰਨਾ ਵੀ ਸਾਡੇ ਆਰਗੇਨਾਈਜੇਸ਼ਨ ਕੋਲ ਟੋਟਲ ਵਰਕ ਹੈ ਉਹਨੂੰ ਡਿਵਾਈਡ ਕਰ ਦਿਓ। ਡਿਵਾਈਡ ਕਰੋ ਪਰ ਹਰ ਵਰਕਰ ਨੂੰ ਤੁਸੀਂ ਇਕੁਅਲ ਵਰਕ ਦੇਣਾ ਹੈ। ਇਹ ਨਾ ਹੋਵੇ ਕਿਸੇ ਕੋਲ ਬਰਡਨ ਕੀ ਹੈ ਜੋ ਕੰਮ ਦੀ ਕੀ ਹੈ ਉਹ ਜ਼ਿਆਦਾ ਹੋ ਰਹੀ ਹੈ, ਕਿਸੇ ਕੋਲ ਕੀ ਰਹਿ ਰਹੀ ਹੈ ਘੱਟ। ਪਰ ਕਹਿੰਦੇ ਤੁਸੀਂ ਕੀ ਕਰਕੇ ਚਲੋ ਬੈਲੈਂਸ ਕਰਕੇ ਚੱਲੋ, ਅਗਰ ਬੈਲੈਂਸ ਕਰਕੇ ਚੱਲੋਗੇ ਨਾ ਡਿਵੀਜ਼ਨ ਆਫ। ਹਾਂਜੀ ਇੱਕ ਵਾਰ ਤੁਸੀਂ ਦੁਬਾਰਾ ਰਿਪੀਟ ਕਰ ਦਿਓ। ਆਗੇ ਹਜੇ ਕੁਝ ਵੀ ਨਹੀਂ ਕੀਤਾ ਸੀ, ਰਿਪੀਟ ਕਰ ਦਨੀ ਹੈ। ਫਰਸਟ ਥਿੰਗ ਇਜ਼ ਹਾਂਜੀ ਹਾਂ ਆਗੇ ਹੈਨਰੀ ਫਿਓਲ ਦੇ ਅਸੀਂ ਪ੍ਰਿੰਸੀਪਲਸ ਕਰ ਰਹੇ ਹਾਂ, ਇਹਨੂੰ ਪ੍ਰਿੰਸੀਪਲਸ ਆਫ ਮੈਨੇਜਮੈਂਟ ਕਹੇ ਜਾਂਦੇ ਨੇ ਨੋਰਮਲੀ। ਇਹਦੇ ਵਿੱਚ ਨਾ ਹੈਨਰੀ ਫਿਓਲ ਨੇ ਸਾਨੂੰ ਕਿ 14 ਪ੍ਰਿੰਸੀਪਲਸ ਦਿੱਤੇ ਸੀਗੇ। ਪਹਿਲਾ ਪ੍ਰਿੰਸੀਪਲ ਕੀ ਹੈ, ਡਿਵੀਜ਼ਨ ਆਫ ਵਰਕ ਹੈ। ਹੈਨਰੀ ਨੂੰ ਕੀ ਲੱਗਦਾ ਹੁੰਦਾ ਸੀ, ਕਹਿੰਦੇ ਜਿੰਨਾ ਵੀ ਆਰਗੇਨਾਈਜੇਸ਼ਨ 'ਚ ਟੋਟਲ ਵਰਕ ਹੈ ਉਹਨੂੰ ਤੁਸੀਂ ਕੀ ਕਰੋ ਡਿਸਟਰੀਬਿਊਟ ਕਰ ਦਿਓ ਅਮੰਗ ਦਾ ਜਿੰਨੇ ਤੁਹਾਡੇ ਕੋਲ ਵਰਕਰਸ ਨੇ। ਕਹਿੰਦੇ ਜੋ ਡਿਵੀਜ਼ਨ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਕੀ ਹੈ ਅਸੀਂ ਇਹ ਚੀਜ਼ ਮੰਨ ਸਕਦੇ ਵੀ ਕਿਹੜੇ ਪਰਸਨ ਨੂੰ ਅਸੀਂ ਕੀ ਕੰਮ ਦੇਣਾ ਜਾਂ ਕਿੰਨੇ ਟਾਈਮ ਵਿੱਚ ਕਿਹੜਾ ਕੰਮ ਕਰੇਗਾ, ਪਰ ਜੋ ਬਰਡਨ ਹੈ ਨਾ ਕੰਮ ਦੀ ਉਹ ਇਕੁਅਲ ਹੋਣੀ ਚਾਹੀਦੀ। ਇਹ ਨਾ ਹੋਵੇ ਕਿ ਇੱਕ ਪਰਸਨ ਕੋਲ 15 ਘੰਟਿਆਂ ਦਾ ਕੰਮ ਚੱਲ ਗਿਆ, ਇੱਕ ਕੋਲ ਕੀ ਹੈ ਸਿਰਫ 2 ਆਵਰਸ ਦਾ ਵਰਕ ਹੈ। ਕਹਿੰਦੇ ਨਹੀਂ, ਕਹਿੰਦੇ ਤੁਸੀਂ ਬੈਲੈਂਸ ਕਰਕੇ ਚੱਲੋ ਕਿ ਹਰ ਨੂੰ ਐਵਰੇਜ ਹੋਣ ਇੱਕੋ ਜਿਹਾ ਕੰਮ ਹੀ ਕੀ ਹੈ ਮਿਲੇ। ਕਹਿੰਦੇ ਅਗਰ ਅਸੀਂ ਡਿਵੀਜ਼ਨ ਆਫ ਵਰਕ ਕਰਾਂਗੇ ਨਾ, ਮਤਲਬ ਮੰਨ ਕੇ ਚਲੋ ਹੁਣ ਦੇਖੋ ਤੁਹਾਡੀ ਫਰੈਸ਼ਰਸ ਪਾਰਟੀ ਸੀ, ਇੱਕ ਤਾਂ ਬਰਡਨ ਸੀ ਇੱਕੋ ਹੀ ਟੀਚਰ ਨੂੰ ਸਾਰੀ ਦੇਤੀ, ਐਚਓਡੀ ਨੂੰ ਕਿਹਾ ਸਾਰੀ ਜ਼ਿੰਮੇਵਾਰੀ ਤੇਰੀ ਹੈ। ਇੱਕ ਹੋ ਸਕਦਾ ਕਿ ਅਸੀਂ ਮਲਟੀ ਟੀਚਰਸ ਦੀ ਡਿਊਟੀ ਲਗਾਤੀ, ਕੇਟਰਿੰਗ ਦਾ ਇੱਕ ਟੀਚਰ ਕਰੇਗਾ, ਉਸ ਤੋਂ ਬਾਅਦ ਅਸੀਂ ਕਹਿ ਰਹੇ ਹਾਂਗੇ ਅਰੇਂਜਮੈਂਟਸ ਕੋਈ ਚੇਅਰ ਵਗੈਰਾ ਇੱਕ ਕਰੇਗਾ, ਡੈਕੋਰੇਸ਼ਨ ਦਾ ਇੱਕ ਕਰੇਗਾ, ਇਨਵੀਟੇਸ਼ਨ ਦਾ ਇੱਕ ਕਰੇਗਾ, ਟੀਚਰਸ ਕਲੈਕਸ਼ਨ ਇੱਕ ਟੀਚਰ ਕਰ ਰਿਹਾ ਬੱਚਿਆਂ ਤੋਂ ਕਲੈਕਸ਼ਨ। ਕਹਿੰਦੇ ਉਸ ਨਾਲ ਕਿ ਜੋ ਕੁਆਲਿਟੀ ਹੈ ਨਾ ਸਾਡੇ ਕੰਮ ਦੀ ਉਹ ਵੀ ਕੀ ਹੋ ਜਾਏਗੀ ਇਨਕਰੀਜ਼ ਹੋ ਜਾਏਗੀ। ਅਸੀਂ ਵਰਡ ਯੂਜ਼ ਕਰਦੇ ਪ੍ਰੋਡਕਟਿਵਿਟੀ, ਕਹਿੰਦੇ ਜੋ ਪ੍ਰੋਡਕਟਿਵਿਟੀ ਹੈ ਸਾਡੇ ਕੰਮ ਦੀ ਉਹ ਵੀ ਕੀ ਹੋ ਜਾਏਗੀ ਇਨਕਰੀਜ਼ ਹੋ ਜਾਏਗੀ ਇਸ ਨਾਲ। ਕਹਿੰਦੇ ਜੋ ਵੇਸਟੇਜ ਹੈ ਉਹ ਕੀ ਹੋ ਜਾਏਗਾ ਰਿਡਿਊਸ ਹੋ ਜਾਏਗਾ, ਕਿਉਂਕਿ ਅਸੀਂ ਕਿ ਜਦੋਂ ਅਸੀਂ ਕੰਮ ਇੱਕ ਸੀਕੁਐਂਸ ਦੇ ਵਿੱਚ ਕਰਾਂਗੇ ਜਾਂ ਅਸੀਂ ਕਹਿ ਰਹੇ ਹਾਂਗੇ ਜੋ ਵਰਕ ਹੈ ਨਾ ਡਿਵੀਜ਼ਨ ਹੋ ਜਾਏਗੀ, ਉਹਦੇ ਵਿੱਚ ਕਹਿੰਦੇ ਸਾਨੂੰ ਈਜ਼ੀ ਹੋਏਗਾ, ਸਾਡੀ ਕੁਆਲਿਟੀ ਪਲੱਸ ਪ੍ਰੋਡਕਟਿਵਿਟੀ ਸਾਡੀ ਦੋਨੋਂ ਕੀ ਹੋਣਗੇ ਇਨਕਰੀਜ਼ ਹੋ ਜਾਣਗੇ। ਦੇਖੋ ਇਹਦੇ ਵਿੱਚ ਇਹ ਲਿਖਿਆ ਹੋਇਆ ਕਹਿੰਦੇ ਡਿਵੀਜ਼ਨ ਆਫ ਵਰਕ, ਇੱਕ ਮਿੰਟ ਮਾਰਕਰ ਸਿਲੈਕਟ ਕਰੋ, ਡਿਵੀਜ਼ਨ ਆਫ ਵਰਕ improves the productivity, productivity मतलब जो ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ ਉਹਨੂੰ ਇਨਕਰੀਜ਼ ਹੋਏਗੀ, ਐਫੀਸ਼ੀਐਂਸੀ ਇਨਕਰੀਜ਼ ਹੋਏਗੀ, ਇਫੈਕਟਿਵਨੈਸ ਇਨਕਰੀਜ਼ ਹੋਏਗੀ, ਐਕੂਰੇਸੀ ਜ਼ਿਆਦਾ ਸਹੀ ਕੰਮ ਕਰਾਂਗੇ, ਸਪੀਡ ਆਫ ਦਾ ਵਰਕਰਸ ਵੀ ਕੀ ਹੋਏਗਾ ਇਨਕਰੀਜ਼ ਹੋਏਗਾ। ਅਗਰ ਇੱਕ ਪਰਸਨ ਪੂਰਾ ਹੋਲ ਆਰਗੇਨਾਈਜੇਸ਼ਨ ਦਾ ਕੰਮ ਕਰੇ ਤਾਂ ਉਹਦੇ ਲਈ ਕਹਿੰਦੇ ਪੋਸੀਬਲ ਨਹੀਂ ਹੋਏਗਾ, ਪਰ ਅਗਰ ਅਸੀਂ ਡਿਵੀਜ਼ਨ ਕਰ ਦਾਂਗੇ ਵਰਕ ਦੀ ਤਾਂ ਕਹਿੰਦੇ ਹਰ ਵਰਕਰ ਦੀ ਸਪੀਡ ਆਪਣੇ ਆਪ ਦੇ ਵਿੱਚ ਕੀ ਹੋ ਜਾਏਗੀ ਇਨਕਰੀਜ਼ ਹੋ ਜਾਏਗੀ। ਨੈਕਸਟ ਥਿੰਗ ਇਜ਼ ਅਥਾਰਟੀ ਐਂਡ ਰਿਸਪੌਂਸਿਬਿਲਿਟੀ। ਕੱਲ ਅਸੀਂ ਕਾਫੀ ਟੌਪਿਕ ਇਹਦੇ ਵਿੱਚ ਡਿਸਕਸ ਕੀਤਾ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਦਾ ਮੀਨਿੰਗ। ਅਥਾਰਟੀ ਮਤਲਬ ਕੀ ਹੁੰਦਾ, ਕਿਸੇ ਨੂੰ ਅਸੀਂ ਕਿ ਆਰਡਰਸ ਦੇ ਰਹੇ ਹਾਂ ਤੇ ਉਸ ਆਰਡਰਸ ਨੂੰ ਦੇਣ ਦੇ ਉਹਦੇ ਕੋਲ ਕੀ ਨੇ ਪਾਵਰਸ ਨੇ। ਵਿਦਆਊਟ ਪਾਵਰ ਅਸੀਂ ਕਿਸੇ ਦਾ ਆਰਡਰ ਕੀ ਨਹੀਂ ਸੁਣਦੇ। ਹੁਣ ਤੁਸੀਂ ਮੰਨ ਕੇ ਚਲੋ ਅਗਰ ਤੁਹਾਡਾ ਨਾਰਮਲ ਕਲਾਸਮੇਟ ਕੋਈ, ਅਗਰ ਮੈਂ ਹੀ ਤੁਹਾਨੂੰ ਐਜ਼ ਅ ਤੁਹਾਡੀ ਕਲਾਸਮੇਟ ਕੁਝ ਆਰਡਰ ਦੇ ਰਹੀ ਤੁਸੀਂ ਮੰਨੋਗੇ ਨਹੀਂ, ਪਰ ਅਗਰ ਮੇਰੇ ਕੋਲ ਕੁਝ ਪਾਵਰ ਹੈ, ਅਗਰ ਮੈਂ ਕੀ ਹਾਂ ਸੀਆਰ ਹਾਂ ਤੁਹਾਡੀ ਕਲਾਸ ਦੀ, ਤਾਂ ਕਹਿੰਦੇ ਜੋ ਅਗਰ ਪਾਵਰ ਹੋਏਗੀ ਸੀਆਰ ਹੋਏਗਾ ਉਸ ਕੋਲ ਇੱਕ ਅਥਾਰਟੀ ਹੋਏਗੀ, ਉਸ ਕੋਲ ਪਾਵਰ ਹੋਏਗੀ, ਉਹ ਤੁਹਾਨੂੰ ਕੋਈ ਵੀ ਕੰਮ ਕੋਈ ਡਿਊਟੀਜ਼ ਕੀ ਅਸਾਈਨ ਕਰ ਸਕਦੀ ਹੈ। ਤਾਂ ਹੈਨਰੀ ਨੇ ਕੀ ਬੋਲਿਆ ਸੀ, ਕਹਿੰਦੇ ਜੋ ਤੁਹਾਡੀ ਆਰਗੇਨਾਈਜੇਸ਼ਨ ਹੈ ਇਹਨੂੰ ਕਹਿੰਦੇ ਕਿ ਤੁਸੀਂ ਕਰੋ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਦੇ ਰਿਲੇਸ਼ਨਸ਼ਿਪ ਦੇ ਵਿੱਚ ਡਿਸਟਰੀਬਿਊਟ ਕਰੋ। ਤੁਸੀਂ ਫਸਟ ਟਾਈਮ ਹੀ ਕਲੀਅਰ ਕਰ ਦੋ ਕਿਹੜੇ ਪਰਸਨਸ ਕੋਲ ਕੀ ਹੈ ਪਾਵਰਸ ਨੇ ਤੇ ਕੌਣ ਪਰਸਨਸ ਕੀ ਡਿਊਟੀ ਨੂੰ ਪਰਫਾਰਮ ਕਰਨ।
ਜਸਟ ਦੈਟ। ਨੈਕਸਟ ਕੀ ਹੈ ਡਿਸਿਪਲਿਨ। ਇੱਥੇ ਡਿਸਿਪਲਿਨ ਸਿੰਪਲ ਉਹੀ ਚੀਜ਼ ਹੈ, ਕਹਿੰਦੇ ਜਿੱਥੇ ਵੀ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਵਿਦਆਊਟ ਡਿਸਿਪਲਿਨ ਕੋਈ ਵੀ ਕੰਮ ਇਫੈਕਟਿਵ ਵੇ ਨਾਲ ਨਹੀਂ ਹੋਏਗਾ। ਕੋਈ ਕੰਮ ਕਰਨਾ ਹੈ ਤੁਸੀਂ ਡਿਸਿਪਲਿਨ ਮੇਨਟੇਨ ਕਰਕੇ ਰੱਖੋ ਆਰਗੇਨਾਈਜੇਸ਼ਨ ਚ। ਮੀਨਸ ਸਿੰਪਲ ਤੁਸੀਂ ਰੂਲ ਐਂਡ ਰੈਗੂਲੇਸ਼ਨਸ ਕੀ ਬਣਾ ਕੇ ਚਲੋ, ਸੋ ਦੈਟ ਜੋ ਤੁਹਾਡੇ ਵਰਕਰਸ ਨੇਗੇ ਉਹ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਕੇ ਟਾਈਮਲੀ ਮਤਲਬ ਇਫੈਕਟਿਵਨੈਸਲੀ ਤੁਹਾਡਾ ਕੀ ਕਰ ਸਕਣ, ਕੰਮ ਕੰਪਲੀਟ ਕਰ ਸਕਣ। ਸਾਡੇ ਕੋਲ ਨਾ ਦੋ ਵਰਡਸ ਹੁੰਦੇ ਨੇ ਬਿਜ਼ਨਸ ਦੇ ਵਿੱਚ, ਇੱਕ ਇਫੈਕਟਿਵਨੈਸ, ਇੱਕ ਐਫੀਸ਼ੀਐਂਸੀ। ਦੇਖਦੇ ਹਾਂ ਉੱਪਰ ਐਡ ਕੀਤੇ ਕਿ ਨਹੀਂ, ਦੋਨਾਂ ਦਾ ਮੀਨਿੰਗ ਦੱਸਦੇ ਅੱਗੇ। ਇਹਦੇ ਵਿੱਚ ਨਹੀਂ ਹੈ ਵੈਸੇ, ਦੱਸਦਾ ਨਹੀਂ ਹੈ। ਇਫੈਕਟਿਵਨੈਸ ਦਾ ਮਤਲਬ ਕੀ ਹੁੰਦਾ ਹੈ, ਵਿਦਿਨ ਅ ਟਾਈਮ ਕੰਮ ਕਰਨਾ। ਜਦੋਂ ਅਸੀਂ ਵਿਦਿਨ ਅ ਟਾਈਮ ਅਸੀਂ ਡਿਲੇ ਨਹੀਂ ਕਰ ਰਹੇ, ਉਸ ਨੂੰ ਅਸੀਂ ਕਹਿੰਦੇ ਅਸੀਂ ਇਫੈਕਟਿਵਲੀ ਕੰਮ ਕਰ ਰਹੇ ਹਾਂ। ਐਫੀਸ਼ੀਐਂਸੀ ਮਤਲਬ ਕੀ ਹੁੰਦਾ, ਕੋਸਟ ਘੱਟ ਲੱਗਣੀ। ਐਫੀਸ਼ੀਐਂਟ ਮੀਨਸ ਹੁੰਦਾ ਜੋ ਕੋਸਟ ਹੈ ਪ੍ਰੋਡਕਟ ਦੀ ਉਹ ਕੀ ਸਾਨੂੰ ਘੱਟ ਪੈ ਰਹੀ ਹੈ, ਅਸੀਂ ਵੇਸਟੇਜ ਘੱਟ ਕਰ ਰਹੇ ਹਾਂ, ਕੋਸਟ। ਇਫੈਕਟਿਵਨੈਸ ਵਿਦਿਨ ਅ ਟਾਈਮ ਅਸੀਂ ਕੋਈ ਕੰਮ ਪਰਫਾਰਮ ਕਰ ਰਹੇ ਹਾਂ ਜੋ ਸਾਨੂੰ ਟਾਈਮ ਲਿਮਿਟ ਦਿੱਤੀ ਹੈ। ਐਫੀਸ਼ੀਐਂਸੀ ਕੋਸਟ ਘੱਟ ਪੈ ਰਹੀ ਹੈ। ਤਾਂ ਜੇ ਮੈਂ ਦੋਨੋਂ ਵਰਡ ਯੂਜ਼ ਕਰ ਰਹੀ ਹਾਂ ਤਾਂ ਹੁਣ ਉੱਥੇ ਐਫੀਸ਼ੀਐਂਸੀ ਜਾਂ ਇਫੈਕਟਿਵਨੈਸ ਹੀ ਯੂਜ਼ ਕਰੋ। ਕਹਿੰਦੇ ਅਗਰ ਡਿਸਿਪਲਿਨ ਹੋਏਗਾ ਨਾ ਤਾਂ ਜੋ ਕੰਮ ਅਸੀਂ ਕਰ ਰਹੇ ਹਾਂ, ਇਫੈਕਟਿਵਨੈਸ ਤੇ ਐਫੀਸ਼ੀਐਂਸੀ ਦੋਨੋਂ ਹੀ ਸਾਡੇ ਕੰਮ ਦੇ ਵਿੱਚ ਕੀ ਹੋਣਗੇ, ਇਨਕਲੂਡਡ ਹੋਣਗੇ, ਦੋਨੋਂ ਇਨਕਰੀਜ਼ ਹੋਣਗੇ। ਅਸੀਂ ਅਗਰ ਡਿਸਿਪਲਿਨ ਨਾ ਕਰਾਂਗੇ ਅਸੀਂ ਕੰਮ ਵੀ ਵਿਦਿਨ ਅ ਟਾਈਮ ਕਰ ਸਕਦੇ ਹਾਂ ਤਾਂ ਸਾਡੀ ਕੋਸਟ ਵੀ ਕੀ ਹੋਏਗੀ, ਘੱਟ ਹੋਏਗੀ। ਯੂਨਿਟੀ ਆਫ ਕਮਾਂਡ ਤੇ ਯੂਨਿਟੀ ਆਫ ਡਾਇਰੈਕਸ਼ਨ, ਇਹਦੇ ਵਿੱਚ ਬੱਚੇ ਕਨਫਿਊਜ਼ ਹੁੰਦੇ ਨੇ। ਯੂਨਿਟੀ ਆਫ ਕਮਾਂਡ ਦਾ ਮਤਲਬ ਕੀ ਹੈ, ਕਹਿੰਦੇ ਦੇਖੋ ਇੱਕ ਹਰ EMPLOYEE ਦੇ ਉੱਪਰ ਇੱਕੋ ਹੀ ਬੋਸ ਹੋਏਗਾ, ਬੋਸ ਇੱਕ ਹੋਏਗਾ ਪਰ ਉਹਦੇ ਅੰਡਰ ਵਰਕਰਸ ਮਲਟੀ ਹੋ ਸਕਦੇ ਨੇ। ਮਲਟੀਪਲ ਵਰਕਰਸ ਹੋਣ ਦਾ ਮਤਲਬ ਕੀ ਹੈ ਕਿ ਕਹਿੰਦੇ ਅਗਰ ਇੱਕ ਵਰਕਰ ਮੰਨ ਕੇ ਚਲੋ, ਕਹਿੰਦੇ ਇੱਕ ਵਰਕਰ ਦੇ ਉੱਪਰ ਨਾ 3 ਬੋਸ ਹੋ ਰਹੇ ਨੇਗੇ, ਇੱਕ ਬੋਸ ਇਹ ਸੀਗਾ, ਇੱਕ ਬੋਸ ਇਹ ਸੀ। ਕਹਿੰਦੇ ਕਨਫਿਊਜ਼ ਹੋ ਜਾਏਗਾ ਪਹਿਲਾਂ ਕਿਸ ਦਾ ਕੰਮ ਕਰੇਗਾ। ਇਸ ਵਰਕਰ ਨੇ ਕਿਹਾ ਵੀ ਅੱਜ ਆਪਣੀ ਪਰਚੇਸ ਦੀ ਮੀਟਿੰਗ ਆਪਾਂ ਸਪਲਾਇਰ ਕੋਲ ਜਾਣਾ, ਪਰਚੇਸ ਕਰਨਾ, ਤੂੰ ਮੇਰੇ ਨਾਲ ਚੱਲਣੀ। ਇਧਰੋਂ ਸੇਲਸ ਡਿਪਾਰਟਮੈਂਟ ਦੇ ਬੋਸ ਨੇ ਕੀ ਬੋਲਿਆ ਵੀ ਆਪਾਂ ਅੱਜ ਰਿਕਰੂਟਮੈਂਟ ਕਰਨੀ ਹੈ, ਆਪਾਂ ਕੀ ਲੈਣੀ ਹੈ, ਇੰਟਰਵਿਊਜ਼ ਲੈਣੇ ਨੇ, ਸਾਡੇ ਕੋਲ ਨਵੇਂ EMPLOYEES ਆਣਗੇ। ਤੇ ਜੋ ਪ੍ਰੋਡਕਸ਼ਨ ਡਿਪਾਰਟਮੈਂਟ ਤੋਂ ਕਹਿੰਦੇ ਤੂੰ ਕੁਆਲਿਟੀ ਚੈੱਕ ਕਰੀ। ਕਹਿੰਦੇ ਇੱਕ ਵਰਕਰ ਲਈ ਨਾ 3 ਬੋਸ ਜਾਂ ਮਲਟੀ ਬੋਸ ਦੀ ਗੱਲ ਸੁਣਨੀ ਨਾ ਪੋਸੀਬਲ ਨਹੀਂ ਹੈ। ਉਹ ਕਨਫਿਊਜ਼ ਹੋ ਜਾਏਗਾ ਫਰਸਟ ਤੇ ਕਿਸ ਦਾ ਕੰਮ ਕਰੇ, ਸੈਕੰਡ ਤੇ ਕਿਸ ਦਾ ਕੰਮ ਕਰੇ, ਥਰਡ ਤੇ ਕਿਸ ਦਾ ਕੰਮ ਕਰੇ, ਜਾਂ ਕਿਸ ਨੂੰ ਅਨਸਟੇਬਲ ਹੋਵੇ। ਕਹਿੰਦੇ ਇਸ ਕਰਕੇ ਹੈਨਰੀ ਨੇ ਕੀ ਕਿਹਾ, ਕਹਿੰਦੇ ਤੁਹਾਡੀ ਆਰਗੇਨਾਈਜੇਸ਼ਨ ਏਦਾਂ ਹੋਣੀ ਚਾਹੀਦੀ ਕਿ ਹਰ ਪਰਸਨ ਦੇ ਉੱਪਰ ਸਿਰਫ ਇੱਕੋ ਹੀ ਬੋਸ ਹੋਣਾ ਚਾਹੀਦਾ। ਦੇਖੋ ਬੋਸ ਇੱਕ ਹੋ ਸਕਦਾ ਪਰ ਇਹਦੇ ਅਗਰ ਅਸੀਂ ਆਲਟਰਨੇਟਿਵ ਬੋਲੇ ਸੇ ਬੋਲ ਸਕਦੇ ਕਿ ਹਰ ਬੋਸ ਦੇ ਅੰਡਰ ਮਲਟੀ ਵਰਕਰਸ ਹੋ ਸਕਦੇ, ਕਿਉਂਕਿ ਉਸਨੇ ਸਿਰਫ ਕੰਮ ਡਿਸਟ੍ਰੀਬਿਊਟ ਕਰਨਾ ਵੀ ਤੂੰ ਇਹ ਕਰ, ਤੂੰ ਇਹ ਕਰ, ਤੂੰ ਇਹ ਕਰ। ਆਵਾਜ਼ ਨਹੀਂ ਆ ਰਹੀ? ਸਭ ਨੂੰ ਇਸ਼ੂਜ਼ ਆ ਰਹੇ ਨੇ ਆਵਾਜ਼ ਦੇ? नहीं सही आ रही है आवाज तो। ਅੱਗੇ ਜੀ ਮੇਰੀ ਸਾਈਡ ਨੈਟਵਰਕ ਠੀਕ ਹੈ, ਤੁਸੀਂ ਇੱਕ ਵਾਰ ਆਪਣਾ ਚੈੱਕ ਕਰੋ। ਅੱਗੇ ਜੀ ਫੋਰਥ ਪੁਆਇੰਟ ਦੇ ਵਿੱਚ ਮੈਂ ਦੱਸ ਰਹੀ ਸੀ ਕਿ ਬੋਸ ਇੱਕ ਹੋਏਗਾ, ਉਹਦੇ ਅੰਡਰ ਮਲਟੀ ਵਰਕਰਸ ਹੋ ਸਕਦੇ ਆ। ਇਸ ਪੁਆਇੰਟ ਨੂੰ ਅਸੀਂ ਵਰਕਰਸ ਪੁਆਇੰਟ ਆਫ ਵਿਊ ਦੱਸਣਾ ਕਿ ਇੱਕ ਵਰਕਰ ਦੇ ਉੱਪਰ ਇੱਕੋ ਹੀ ਬੋਸ ਹੋਏਗਾ, ਸੋ ਦੈਟ ਜਿਹੜਾ ਵਰਕਰ ਹੈ ਉਹ ਕਨਫਿਊਜ਼ ਨਾ ਹੋਵੇ ਕਿ ਉਹਨੇ ਕਿਸ ਨੂੰ ਅਨਸਟੇਬਲ ਹੋਵੇ, ਜਾਂ ਜੋ ਉਹਨੇ ਕੰਮ ਕਰ ਰਿਹਾ ਉਹ ਕਿਸ ਨੂੰ ਆਪਣਾ ਕੰਮ ਕੀ ਚੈੱਕ ਕਰਵਾਵੇ। ਯੂਨਿਟੀ ਆਫ ਡਾਇਰੈਕਸ਼ਨ ਦਾ ਮਤਲਬ ਕੀ ਹੁੰਦਾ ਹੈ, ਕਹਿੰਦੇ ਅਗਰ ਸਾਡੇ ਕੋਲ ਮਲਟੀ ਡਿਪਾਰਟਮੈਂਟਸ ਨੇ, ਮੀਨਸ ਪਰਚੇਸ ਡਿਪਾਰਟਮੈਂਟ ਹੈ, ਪ੍ਰੋਡਕਸ਼ਨ ਡਿਪਾਰਟਮੈਂਟ ਹੈ, ਸਾਡੇ ਕੋਲ ਪੈਕੇਜਿੰਗ ਵਾਲਾ ਡਿਪਾਰਟਮੈਂਟ ਹੈ, ਅਸੀਂ ਕਹਿ ਰਹੇ ਸਾਡੇ ਕੋਲ ਸੇਲਸ ਡਿਪਾਰਟਮੈਂਟ ਹੈ। ਹਰ ਡਿਪਾਰਟਮੈਂਟ ਦਾ ਮੈਨੇਜਰ ਕੀ ਹੋਏਗਾ, ਅਲੱਗ-ਅਲੱਗ ਹੋਏਗਾ। ਅਗਰ ਅਲੱਗ-ਅਲੱਗ ਮੈਨੇਜਰ ਹੈ ਤਾਂ ਕਹਿੰਦੇ ਇਹ ਨਾ ਹੋਵੇ ਕਿ ਹਰ ਮੈਨੇਜਰ ਆਪਣੀ ਮਰਜ਼ੀ ਨਾਲ ਹੀ ਹਰ ਵਰਕਰਸ ਨੂੰ ਕਿ ਅਲੱਗ-ਅਲੱਗ ਤਰੀਕੇ ਨਾਲ ਕੰਮ ਦੇ ਰਿਹਾ, ਜਾਂ ਉਹਨਾਂ ਨੇ ਕਿ ਜੋ ਸਾਡਾ ਮੇਨ ਆਬਜੈਕਟਿਵ ਜਾਂ ਗੋਲ ਹੈ ਉਸ ਨੂੰ ਕੀ ਕਰ ਰਹੇ ਹੈਗੇ, ਅਲੱਗ-ਅਲੱਗ। ਨੋਵਿਕਾ ਰਜੇ ਚੈਟ ਦੇ ਵਿੱਚ ਨਾ ਹਨਾ ਕਰੋ, ਫਿਰ ਮੈਨੂੰ ਕਨਫਿਊਜ਼ ਹੋਏਗੀ। ਇੱਕ ਮਿੰਟ। ਹੈਲੋ, ਤੁਹਾਡੀ ਨਾ ਆਵਾਜ਼ ਮਤਲਬ ਬਿਲਕੁਲ ਸਲੋ ਆ ਰਹੀ ਹੈ, ਸਮਝ ਹੀ ਨਹੀਂ ਆ ਰਿਹਾ, ਬਿਲਕੁਲ ਸਲੋ ਆ ਰਹੀ ਹੈ। ਅੱਗੇ ਬਾਕੀਆਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਜੀ? नहीं आवाज बिल्कुल सही आ रही है। ਤੁਸੀਂ ਆਪਣਾ ਚੈੱਕ ਕਰੋ, ਕਿਉਂਕਿ ਮੈਂ ਤਾਂ ਵਾਈਫਾਈ ਤੇ ਕਰਵਾ ਰਹੀ ਹਾਂ, ਮੇਰਾ ਨੈਟਵਰਕ ਕੰਪਲੀਟ ਫੁੱਲ ਹੈ। ਇੱਕ ਵਾਰ ਨੋਵਿਕਾ ਤੁਸੀਂ ਆਪਣਾ ਚੈੱਕ ਆਇਆ ਤੇ ਮੈਨੂੰ ਆਵਾਜ਼ ਹੀ ਨਹੀਂ ਆ ਰਹੀ। ਮੈਨੂੰ ਲੱਗਦਾ ਤੁਹਾਡੇ ਨੈਟਵਰਕ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਹੁਣ ਜਿਵੇਂ ਤੁਸੀਂ ਬੋਲ ਰਹੇ ਹੋ ਨਾ, ਮੈਨੂੰ ਕੁਝ ਵੀ ਕਲੀਅਰ ਨਹੀਂ ਆ ਰਿਹਾ, ਵਿੱਚ ਨੋਇਸ। ਹਾਂਜੀ, ਮੈਨੂੰ ਲੱਗਦਾ ਤੁਸੀਂ ਇੱਕ ਵਾਰ ਚਲੋ ਮੈਂ ਦੁਬਾਰਾ ਲੀਵ ਕਰਕੇ ਸਟਾਰਟ ਕਰਦੀ ਹਾਂ। ਹਾਂ ਦੁਬਾਰਾ ਤੋਂ ਲੀਵ ਕਰਕੇ ਸਟਾਰਟ
ਆਗੇ ਯੂਨਿਟੀ ਆਫ ਡਾਇਰੈਕਸ਼ਨ ਦੇ ਵਿੱਚ ਕੀ ਹੈ ਕਹਿੰਦੇ ਜੋ ਆਰਗੇਨਾਈਜੇਸ਼ਨ ਦੇ ਗੋਲਸ ਨੇ ਮਤਲਬ ਸਿਮਿਲਰ ਗੋਲਸ ਨੇ ਹਰ ਬੋਸ ਉਸ ਦੇ ਤਰੀਕੇ ਨਾਲ ਹੀ ਕੀ ਇਹ ਡਾਇਰੈਕਸ਼ਨ ਦੇਗਾ। ਹੁਣ ਐਗਜ਼ਾਮਪਲ ਪਹਿਲਾਂ ਲੈ ਰਹੀ ਹਾਂ ਸਕੂਲ ਦੇ ਵਿੱਚ ਕਹਿੰਦੇ ਸੀ ਨਾ ਇੱਕ ਅਨਾਉਂਸਮੈਂਟ ਕਰਨੀ ਸੀ ਹਰ ਟੀਚਰ ਨੇ ਆਪਣੀ ਕਲਾਸ ਦੇ ਵਿੱਚ ਕਿ ਸਾਰੇ ਸਟੂਡੈਂਟਸ ਕੀ ਹੈ ਕਿੱਥੇ ਕਲੈਕਟ ਹੋ ਜਾਣ ਗਰਾਊਂਡ ਦੇ ਵਿੱਚ ਕਲੈਕਟ ਹੋ ਜਾਣ ਤਾਂ ਜੋ ਗਰਾਊਂਡ ਦੇ ਵਿੱਚ ਕਲੈਕਟ ਹੋਣਾ ਹਰ ਟੀਚਰ ਆਪਣੀ ਕਲਾਸ ਦੇ ਵਿੱਚ ਕੀ ਸੇਮ ਆਰਡਰ ਜਾਂ ਸੇਮ ਕੀ ਹੈ ਡਾਇਰੈਕਸ਼ਨ ਪ੍ਰੋਵਾਈਡ ਕਰੇਗਾ ਕਿ ਸਾਰੇ ਸਟੂਡੈਂਟਸ ਕਿੱਥੇ ਕਲੈਕਟ ਹੋ ਜਾਣ ਗਰਾਊਂਡ ਦੇ ਵਿੱਚ ਕਲੈਕਟ ਹੋ ਜਾਣ। ਉਹਦੇ ਵਿੱਚ ਕੀ ਕਹਿੰਦੇ ਚਾਹੇ ਆਰਗੇਨਾਈਜੇਸ਼ਨ ਦੇ ਵਿੱਚ ਸਾਡੇ ਕੋਲ ਮਲਟੀ ਡਿਪਾਰਟਮੈਂਟਸ ਨੇ ਮਲਟੀ ਮੈਨੇਜਰਸ ਨੇ ਜਿਵੇਂ ਪਰਚੇਜ਼ ਦਾ ਮੈਨੇਜਰ ਅਲੱਗ ਹੈ ਪ੍ਰੋਡਕਸ਼ਨ ਦਾ ਅਲੱਗ ਹੈ ਪੈਕੇਜਿੰਗ ਦਾ ਅਲੱਗ ਹੈ ਸੇਲਸ ਦਾ ਅਲੱਗ ਹੈ ਪਰ ਹਰ ਮੈਨੇਜਰ ਜੋ ਡਾਇਰੈਕਸ਼ਨਸ ਪ੍ਰੋਵਾਈਡ ਕਰੇਗਾ ਜੋ ਐਕਟੀਵਿਟੀਜ਼ ਪਰਫਾਰਮ ਕਰਨਗੇ ਉਹ ਮੇਨ ਐਂਡ ਤੇ ਉਹਦਾ ਅਲਟੀਮੇਟ ਕੀ ਹੋਏਗਾ ਵੀ ਅਸੀਂ ਜੋ ਆਰਗੇਨਾਈਜੇਸ਼ਨ ਦੇ ਗੋਲਸ ਨੇਗੇ ਉਹਨਾਂ ਨੂੰ ਕੀ ਕਰਨਾ ਹੈ ਅਚੀਵ ਕਰ ਜੋ ਆਰਗੇਨਾਈਜੇਸ਼ਨ ਦੇ ਗੋਲਸ ਨੇ ਉਹਨਾਂ ਨੂੰ ਅਸੀਂ ਕੀ ਕਰਨਾ ਅਚੀਵ ਕਰਨਾ ਪਰ ਸਭ ਫੋਕਸ ਇਸ ਚੀਜ਼ ਤੇ ਕਰਨਗੇ ਚਾਹੇ ਉਹ ਡਾਇਰੈਕਟ ਮਤਲਬ ਸਟਾਰਟਿੰਗ ਤੋਂ ਉਹਨਾਂ ਦਾ ਵੇ ਉਹਨਾਂ ਦੀ ਐਕਟੀਵਿਟੀਜ਼ ਅਲੱਗ-ਅਲੱਗ ਹੋ ਸਕਦਾ ਜੋ ਐਕਟੀਵਿਟੀਜ਼ ਉਹ ਪਰਫਾਰਮ ਕਰ ਰਹੇ ਨੇ ਐਂਡ ਅਲਟੀਮੇਟ ਉਹ ਕੀ ਅਚੀਵ ਕਰਨਗੇ ਆਰਗੇਨਾਈਜੇਸ਼ਨ ਦਾ ਗੋਲ ਵਿਚ ਮੀਨਸ ਕਿ ਡਾਇਰੈਕਸ਼ਨ ਹਰ ਆਰਗੇਨਾਈਜੇਸ਼ਨ ਦੇ ਵਿੱਚ ਹਰ ਮੈਨੇਜਰ ਆਪਣੇ EMPLOYEES ਨੂੰ ਡਾਇਰੈਕਸ਼ਨ ਕੀ ਦੇਗਾ ਯੂਨੀਫਾਰਮ ਵੇ ਦੇ ਵਿੱਚ ਦੇਗਾ ਮਤਲਬ ਯੂਨਿਟੀ ਮਤਲਬ ਕਹਿੰਦੇ ਸੇਮ ਡਾਇਰੈਕਸ਼ਨਸ ਪ੍ਰੋਵਾਈਡ ਕਰਨਾ। ਨੈਕਸਟ ਥਿੰਗ ਇਜ਼ ਸਬੋਰਡੀਨੇਸ਼ਨ ਆਫ ਦ ਇੰਡੀਵਿਜੂਅਲ ਇੰਟਰਸਟ ਇਸ ਦਾ ਮੀਨਿੰਗ ਕੀ ਹੈ ਕਹਿੰਦੇ ਜਦੋਂ ਇੱਕ ਆਰਗੇਨਾਈਜੇਸ਼ਨ ਸਟਾਰਟ ਹੁੰਦੀ ਹੈ ਨਾ ਉਹਦੇ ਕੋਲ ਮਲਟੀ ਵਰਕਰਸ ਹੁੰਦੇ ਆ। ਪਹਿਲੀ ਚੀਜ਼ ਸਭ ਤੋਂ ਵੱਡੀ ਗੱਲ ਦੱਸਾਂ ਜਿਹੜੀ ਵੀ ਅਸੀਂ ਮੈਨੇਜਮੈਂਟ ਪੜ੍ਹ ਰਹੇ ਹਾਂ ਜੋ ਮਤਲਬ ਐਜ਼ ਅ ਸਬਜੈਕਟ ਅਸੀਂ ਇੰਪਲੀਮੈਂਟ ਕਰਨਾ ਇਹ ਮੋਸਟਲੀ ਨਾ ਲਾਰਜ ਆਰਗੇਨਾਈਜੇਸ਼ਨ ਦੇ ਵਿੱਚ ਅਪਲਾਈ ਹੁੰਦਾ ਜਿੱਥੇ ਮਲਟੀ ਕੇ ਡਿਪਾਰਟਮੈਂਟਸ ਨੇ। ਹੁਣ ਮੰਨ ਕੇ ਚੱਲੋ ਅਗਰ ਸਾਡੇ ਤੁਸੀਂ ਆਪਣੇ ਜਦ ਤੁਹਾਡਾ ਫੈਮਿਲੀ ਬਿਜ਼ਨਸ ਹੋਏਗਾ ਜਾਂ ਤੁਹਾਡੇ ਆਂਢ ਗੁਆਂਢ ਦੇ ਵਿੱਚ ਕਿਸੇ ਵੀ ਨੇਬਰ ਦਾ ਫੈਮਿਲੀ ਬਿਜ਼ਨਸ ਹੈ ਉਹਨਾਂ ਨੇ ਕੀ ਉਹਨਾਂ ਕੋਲ ਅਲੱਗ-ਅਲੱਗ ਡਿਪਾਰਟਮੈਂਟਸ ਬਣੇ ਹੋਏ ਨੇ। ਅਗਰ ਇੱਕ ਛੋਟੀ ਜਿਹੀ ਸ਼ਾਪ ਹੈ ਕਿ ਉਹਨੇ 5 ਡਿਪਾਰਟਮੈਂਟਸ ਬਣਾਏ ਹੋਏ ਨੇ ਪਰਚੇਜ਼ ਪ੍ਰੋਡਕਸ਼ਨ ਪੈਕੇजिंग सेल नहीं। अगर जो प्रोडक्शन फर्म है कि उसने फिर भी 5 बनाए हुए ने नहीं अपने जो कल्चर है पंजाब दा या बठिंडा दा जो ओनर है ਉਹੀ ਸਾਰੇ ਚੀਜ਼ ਨੂੰ ਕੀ ਕਰਦਾ ਮੈਨੇਜ ਕਰਦਾ। ਕੋਈ ਜਿਵੇਂ ਹੁਣ ਮੇਰਾ ਫੈਮਿਲੀ ਬਿਜ਼ਨਸ ਹੈ ਮੇਰੇ ਪੇਰੈਂਟਸ ਨੇ ਕੋਈ ਮੈਨੇਜਰ ਨਹੀਂ ਰੱਖਿਆ ਹੋਇਆ ਪ੍ਰੋਡਕਸ਼ਨ ਹੁੰਦੀ ਹੈ ਪੈਕੇजिंग ਹੁੰਦੀ ਹੈ ਪਰ ਉਹਨਾਂ ਨੇ ਸਿਰਫ ਲੇਬਰ ਰੱਖੀ ਹੋਈ ਹੈ। ਅਗਰ ਉਹਨਾਂ ਕੋਲ 20-25 ਲੇਬਰ ਵਾਲੇ ਨੇ ਤਾਂ ਸਭ ਨੂੰ ਕੌਣ ਕੰਟਰੋਲ ਕਰਦਾ ਓਨਰ ਮਤਲਬ ਮੇਰੇ ਫਾਦਰ ਸਾਹਿਬ ਕਰ ਰਹੇ ਨੇ ਕੰਟਰੋਲ। ਤਾਂ ਜੋ ਅਸੀਂ ਮੈਨੇਜਮੈਂਟ ਪੜ੍ਹ ਰਹੇ ਹਾਂ ਨਾ ਅਸੀਂ ਅਗਰ ਚਾਹੀਏ ਆਪਣੇ ਬਿਜ਼ਨਸ ਤੇ ਅਪਲਾਈ ਕਰਨਾ ਫੁੱਲੀ ਐਪਲੀਕੇਬਲ ਨਹੀਂ ਹੁੰਦੀ ਹੈ। ਇਹ ਕਿੱਥੇ ਅਪਲਾਈ ਹੁੰਦੇ ਜਿੱਥੇ ਮਲਟੀ ਲੈਵਲ ਬਿਜ਼ਨਸ ਹੈ ਜਿੱਥੇ ਸਾਡੇ ਕੋਲ ਕੀ ਹੈ ਅਲੱਗ-ਅਲੱਗ ਆਰਗੇਨਾਈਜੇਸ਼ਨਸ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਸ ਨੇਗੇ ਮਲਟੀ ਬ੍ਰਾਂਚਿਸ ਨੇ ਜਿੱਥੇ ਓਨਰ ਖੁਦ ਅਵੇਲੇਬਲ ਨਹੀਂ ਹੋ ਸਕਦਾ ਉਹਨੇ ਮੈਨੇਜਰਸ ਰੱਖੇ ਹੋਏ ਨੇ ਹਾਈ ਲੈਵਲ ਪ੍ਰੋਡਕਸ਼ਨ ਹੋ ਰਹੀ ਹੈ ਉੱਥੇ ਸਾਨੂੰ ਲੋੜ ਪੈਂਦੀ ਹੈ ਮਲਟੀ ਡਿਪਾਰਟਮੈਂਟਸ। ਹੁਣ ਜੇ ਦੇਖੋ ਬਿਗ ਬਾਜ਼ਾਰ ਹੈ ਬਿਗ ਬਾਜ਼ਾਰ ਆਲਮੋਸਟ ਹਰ ਡਿਸਟ੍ਰਿਕਟ ਦੇ ਵਿੱਚ ਹੈ ਬਠਿੰਡਾ ਹੈ ਲੁਧਿਆਣਾ ਹੈ ਪਟਿਆਲਾ ਹੈ ਉੱਥੇ ਸਾਡੇ ਕੀ ਅਗਰ ਓਨਰ ਹਰ ਜਗ੍ਹਾ ਤੇ ਅਵੇਲੇਬਲ ਨਹੀਂ ਹੋ ਸਕਦਾ ਓਵਰਆਲ ਇੰਡੀਆ ਤਾਂ ਉੱਥੇ ਸਾਨੂੰ ਕਿਹਦੀ ਲੋੜ ਪੈਂਦੀ ਮੈਨੇਜਰਸ ਦੇ। ਤਾਂ ਜੋ ਅਸੀਂ ਮੈਨੇਜਮੈਂਟ ਹੁਣ ਪੜ੍ਹ ਰਹੇ ਹਾਂ ਆਪਣੇ ਸਿਲੇਬਸ ਦੇ ਵਿੱਚ ਅਸੀਂ ਉਹ ਵਾਲੀ ਮੈਨੇਜਮੈਂਟ ਪੜ੍ਹ ਰਹੇ ਜੋ ਹਾਈ ਲੈਵਲ ਤੇ ਕਹਿੰਦੇ ਅਪਲਾਈ ਹੁੰਦੀ ਹੈ। ਓਕੇ ਜੀ ਹੁਣ ਵਾਪਿਸ ਆ ਰਹੇ 6 ਪੁਆਇੰਟ ਤੇ ਕਹਿੰਦੇ ਸਬੋਰਡੀਨੇਸ਼ਨ ਆਫ ਇੰਡੀਵਿਜੂਅਲ ਇੰਟਰਸਟ। ਇਹਦਾ ਮਤਲਬ ਕੀ ਹੈ ਕਹਿੰਦੇ ਅਗਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਨਾ 1000 ਵਰਕਰਸ ਨੇ ਤਾਂ ਕਹਿੰਦੇ 1000 ਵਰਕਰਸ ਨਾ ਜਦੋਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਐਂਟਰ ਹੁੰਦੇ ਨੇ ਸਭ ਆਪਣਾ ਆਪਣਾ ਸੋਚਦੇ ਨੇ ਉਹ ਕੀ ਸੋਚਦੇ ਨੇ ਮੈਨੂੰ ਪ੍ਰੋਫਿਟਸ ਹੋਣ ਮੇਰੀ ਸੈਲਰੀ ਕੀ ਹੋ ਜੇ ਇਨਕਰੀਜ਼ ਹੋ ਜੇ ਆਪਣਾ ਤੇ ਕੋਈ ਸੋਚੇਗਾ ਮੇਰੀ ਪ੍ਰਮੋਸ਼ਨ ਹੋ ਜੇ ਤਾਂ ਹਰ ਪਰਸਨ ਕਹਿੰਦੇ ਆਪਣਾ ਇੰਡੀਵਿਜੂਅਲ ਇੰਟਰਸਟ ਬਾਰੇ ਸੋਚੇਗਾ। ਉਸ ਇੰਡੀਵਿਜੂਅਲ ਇੰਟਰਸਟ ਨੂੰ ਕਹਿੰਦੇ ਤੁਸੀਂ ਸਬੋਰਡੀਨੇਟ ਮਤਲਬ ਇਕੱਠਾ ਕਰ ਦੋ ਕਿਹਦੇ ਵਿੱਚ ਆਰਗੇਨਾਈਜੇਸ਼ਨਲ ਇੰਟਰਸਟ ਦੇ ਵਿੱਚ। ਇੰਟਰਸਟ ਮਤਲਬ ਇੱਥੇ ਕਿ ਖੁਦ ਦਾ ਫਾਇਦਾ ਜੋ ਅਸੀਂ ਸੋਚ ਰਹੇ ਹਾਂ ਕਹਿੰਦੇ ਚਾਹੇ ਸਟਾਰਟਿੰਗ ਦੇ ਵਿੱਚ ਕੋਈ ਮਰਜ਼ੀ ਇੰਡੀਵਿਜੂਅਲ ਆ ਰਿਹਾ ਕੋਈ ਵੀ ਵਰਕਰ ਆ ਰਿਹਾ ਉਹ ਆਪਣੇ ਬਾਰੇ ਸੋਚ ਰਿਹਾ ਪਰ ਹੌਲੀ ਹੌਲੀ ਕਹਿੰਦੇ ਤੁਸੀਂ ਉਸ ਨਾਲ ਆਪਣਾ ਰਿਲੇਸ਼ਨ ਏਦਾਂ ਬਿਲਡ ਕਰੋ ਉਹਦਾ ਇੰਟਰਸਟ ਕਿਹਦੇ ਵਿੱਚ ਕਨਵਰਟ ਕਰ ਦੋ ਇੰਟਰਸਟ ਆਫ ਦਾ ਕੰਪਨੀ ਕਿ ਜੋ EMPLOYEES ਨੇ ਉਹ ਕਿਹਦੇ ਬਾਰੇ ਸੋਚਣ ਕੰਪਨੀ ਬਾਰੇ ਸੋਚਣ ਉਹ ਕੀ ਹੈ ਆਪਣੇ ਖੁਦ ਦੇ ਸਿਰਫ ਇੰਡੀਵਿਜੂਅਲ ਇੰਟਰਸਟ ਬਾਰੇ ਨਾ ਸੋਚਣ। ਤਾਂ ਕਹਿੰਦੇ ਅਸੀਂ ਇਹਦੇ ਵਿੱਚ ਕੀ ਹੌਲੀ ਹੌਲੀ ਜਿਹੜੇ ਸਾਡੇ ਇੰਡੀਵਿਜੂਅਲ ਉਹਨਾਂ ਦਾ ਇੰਟਰਸਟ ਕਨਵਰਟ ਕਰਨਾ ਸਟਾਰਟ ਕਰਦੇ ਨਾ ਕਿਹਦੇ ਵਿੱਚ ਆਰਗੇਨਾਈਜੇਸ਼ਨ ਦੇ ਇੰਟਰਸਟ ਦੇ ਵਿੱਚ। ਰੈਮਿਊਨਰੇਸ਼ਨ ਦਾ ਮਤਲਬ ਕੀ ਹੁੰਦਾ ਹੈ ਕੁਝ ਬੱਚਿਆਂ ਨੂੰ ਇਸ ਵਰਡ ਤੋਂ ਕਨਫਿਊਜ਼ਨ ਰਹਿੰਦੀ ਹੈ ਤਾਂ ਸਿੰਪਲ ਮੀਨਿੰਗ ਕੀ ਹੈ ਇਹਦਾ ਸੈਲਰੀ। ਪਰ ਤੁਸੀਂ ਇੱਥੇ ਪੇਪਰ ਦੇ ਵਿੱਚ ਰੈਮਿਊਨਰੇਸ਼ਨ ਲਿਖ ਕੇ ਹੀ ਆਣਾ ਜਦੋਂ ਪੁਆਇੰਟ ਨੂੰ ਸਮਝਣਾ ਉੱਥੇ ਕਨਫਿਊਜ਼ ਹੋਣ ਦੀ ਲੋੜ ਨਹੀਂ ਉੱਥੇ ਸਿੰਪਲ ਸੈਲਰੀ ਪੁਆਇੰਟ ਆਫ ਵਿਊ ਸਮਝ ਲਓ। ਹੁਣ ਇਹਦੇ ਵਿੱਚ ਕੀ ਕਹਿ ਰਹੇ ਨੇ ਕਹਿੰਦੇ ਜਦੋਂ ਅਸੀਂ ਰੈਮਿਊਨਰੇਸ਼ਨ ਸੈਲਰੀ ਪੇ ਕਰਨੀ ਕਹਿੰਦੇ ਸੈਲਰੀ ਕਿਸ ਚੀਜ਼ ਲਈ ਹੁੰਦੀ ਹੈ ਵਰਕਰਸ ਨੂੰ ਮੋਟੀਵੇਟ ਕਰਨ ਲਈ। ਕਹਿੰਦੇ ਜੋ ਵਰਕਰਸ ਨੇ ਕਹਿੰਦੇ ਟਾਈਮ ਲਈ ਨਾ ਇੱਕ ਆਰਗੇਨਾਈਜੇਸ਼ਨ ਨੂੰ ਇੰਡੀਵਿਜੂਅਲਸ ਦੇ ਐਫਰਟਸ ਦੇ ਅਕੋਰਡਿੰਗ ਉਹਨੂੰ ਪੇਮੈਂਟ ਕਰਨੀ ਚਾਹੀਦੀ ਹੈ। ਅਗਰ ਕੋਈ ਵਰਕਰ ਜ਼ਿਆਦਾ ਕੰਮ ਕਰ ਰਿਹਾ ਤਾਂ ਉਹਨੂੰ ਜ਼ਿਆਦਾ ਪੇ ਕਰੋ ਅਗਰ ਘੱਟ ਵਰਕਰ ਕੰਮ ਕਰ ਰਿਹਾ ਤਾਂ ਘੱਟ ਪੇ ਕਰੋ। ਸਿੰਪਲੀ ਉਹਨੇ ਕੀ ਕਿਹਾ ਸੀ ਕਹਿੰਦੇ ਮੋਟੀਵੇਟ ਕਰੋ ਜੇ ਤੁਸੀਂ ਕਹਿੰਦੇ ਵਰਕਰਸ ਨੂੰ ਕਹੋਗੇ ਕਿ ਜੋ
ਜੋ ਵਰਕਰ ਜ਼ਿਆਦਾ ਕੰਮ ਕਰੇਗਾ, ਈਜ਼ੀ ਕੰਮ, ਜਲਦੀ ਕੰਮ ਕਰੇਗਾ, ਆਪਣਾ ਵਿਦਿਨ ਅ ਟਾਈਮ ਕੰਪਲੀਟ ਕਰੇਗਾ, ਅਸੀਂ ਉਹਨੂੰ ਕੀ ਦੇਵਾਂਗੇ, ਰਿਵਾਰਡਸ ਪੇ ਕਰਾਂਗੇ। ਨੈਕਸਟ ਕੀ ਹੈ, ਸੈਂਟਰਲਾਈਜ਼ੇਸ਼ਨ। ਇਹ ਅੱਗੇ ਜਾ ਕੇ ਵੀ ਅਸੀਂ ਪੜਾਂਗੇ ਆਰਗੇਨਾਈਜੇਸ਼ਨ ਚੈਪਟਰ 'ਚ। ਸਾਡੇ ਕੋਲ ਦੋ ਮੀਨਿੰਗ ਹੁੰਦੇ ਨੇ, ਸੈਂਟਰਲਾਈਜ਼ੇਸ਼ਨ ਤੇ ਡੀਸੈਂਟਰਲਾਈਜ਼ੇਸ਼ਨ। ਸੈਂਟਰਲਾਈਜ਼ੇਸ਼ਨ ਦੇਖੋ ਜਿਵੇਂ ਇੱਕ ਸਰਕਲ ਦਾ ਪੁਆਇੰਟ ਹੁੰਦਾ ਹੈ ਨਾ, ਸੈਂਟਰ, ਸਰਕਲ ਦੇ ਵਿੱਚ ਇੱਕ ਸੈਂਟਰ ਹੁੰਦਾ ਹੈ। ਸੈਂਟਰ ਦਾ ਮਤਲਬ ਇਹ ਹੁੰਦਾ ਕਿ ਜੋ ਡਿਸੀਜਨ ਮੇਕਿੰਗ ਹੈ ਸਿਰਫ ਉਹ ਇੱਕ ਪਰਸਨ ਦੇ ਹੱਥ ਦੇ ਵਿੱਚ ਹੈ। ਡੀਸੈਂਟਰਲਾਈਜ਼ੇਸ਼ਨ ਮਤਲਬ ਕੀ ਹੁੰਦਾ, ਜੋ ਡਿਸੀਜਨ ਮੇਕਿੰਗ ਹੈ ਉਹ ਕਿੰਨਾ ਕੋਲ ਹੈ, ਮਲਟੀ ਪਰਸਨਸ ਕੋਲ ਹੈ। ਹੁਣ ਇੱਥੇ ਸੈਂਟਰਲਾਈਜ਼ੇਸ਼ਨ ਡਜ਼ਨਟ ਮੀਨ ਕਿ ਕਹਿਣ ਦਾ ਮਤਲਬ ਅਸੀਂ ਬੋਲ ਦਿੰਦੇ ਹਾਂ ਸਿਰਫ ਇੱਕ ਪਰਸਨ, ਪਰ ਆਲਵੇਜ਼ ਨੋਟ ਅ ਸਿੰਗਲ ਪਰਸਨ। ਵੀ ਇੱਥੇ ਕੀ ਜੋ ਮੇਨ ਡਿਸੀਜਨ ਹੈ ਨਾ, ਅਸੀਂ ਕੁਝ ਸਿਲੈਕਟਿਵ ਪਰਸਨਸ ਹੀ ਕੀ ਕਰਦੇ ਨੇਗੇ, ਉਸ ਡਿਸੀਜਨ ਨੂੰ ਕੀ ਹੈ ਲੈ ਸਕਦੇ ਨੇ। ਮੰਨ ਕੇ ਚਲੋ ਅਗਰ 5 ਡਿਪਾਰਟਮੈਂਟ ਨੇ, ਹਰ ਡਿਪਾਰਟਮੈਂਟ ਦੇ ਵਿੱਚ 200 ਵਰਕਰਸ ਨੇ, 200 ਵਰਕਰਸ ਨਹੀਂ ਡਿਸੀਜਨ ਲੈਣਗੇ, ਸਿਰਫ ਉਹਨਾਂ ਦਾ ਕੌਣ ਲਏਗਾ, ਮੈਨੇਜਰ ਲਏਗਾ। ਅਗਰ ਸਾਡੀ ਆਰਗੇਨਾਈਜੇਸ਼ਨ 'ਚ 10 ਮੈਨੇਜਰਸ ਨੇ, ਮੇਬੀ ਕੋਈ ਹਾਈ ਲੈਵਲ ਡਿਸੀਜਨ ਲੈਣਾ ਹੈ, ਉਹ ਮੈਨੇਜਰਸ ਨਹੀਂ ਲੈਣਗੇ, ਕੌਣ ਲਏਗਾ, CEO ਲਏਗਾ ਕੰਪਨੀ ਦਾ। ਤਾਂ ਕਹਿੰਦੇ ਜੋ ਸੈਂਟਰਲਾਈਜ਼ੇਸ਼ਨ ਮੀਨਿੰਗ ਕੀ ਹੈ, ਜੋ ਅਥਾਰਟੀ ਹੈ, ਜੋ ਸਾਡੇ ਕੋਲ ਪਾਵਰਸ ਨੇਗੀਆਂ, ਜੋ ਡਿਸੀਜਨ ਮੇਕਿੰਗ ਹੈ ਉਹ ਕੀ ਰਹੇਗੀ, ਸਿਰਫ ਕੁਝ ਸਿਲੈਕਟਿਵ ਪਰਸਨਸ ਕੋਲ ਰਹੇਗੀ। ਬਾਕੀ ਕਹਿੰਦੇ ਡਿਪੈਂਡ ਔਨ ਦਾ ਸਾਈਜ਼ ਆਫ ਦਾ ਆਰਗੇਨਾਈਜੇਸ਼ਨ। ਅਗਰ ਬਿਲਕੁਲ ਸਾਈਜ਼ ਛੋਟਾ ਹੈ, ਜਿਵੇਂ ਸ਼ੌਪ ਹੈ, ਤਾਂ ਉੱਥੇ ਕੌਣ ਲੈਂਦੇ ਨੇ, ਆਪਣੇ ਨਾਰਮਲੀ ਫਾਦਰ ਲੈਂਦੇ ਨੇ, ਜਾਂ ਫੈਮਿਲੀ ਮੈਂਬਰਸ ਵਿੱਚ ਕੌਣ ਲੈਂਦੇ ਨੇ, ਫਾਦਰ, ਗ੍ਰੈਂਡ ਪੇਰੈਂਟਸ ਲੈ ਰਹੇ ਨੇ। ਸਭ ਨੂੰ ਕੀ ਹੈ, ਨਹੀਂ ਲੈਣ ਦਿੱਤਾ ਜਾਂਦਾ ਡਿਸੀਜਨ। ਜੇ ਡੀਸੈਂਟਰਲਾਈਜ਼ੇਸ਼ਨ ਹੁੰਦਾ, ਉੱਥੇ ਕੀ ਹੁੰਦਾ ਕਿ ਸਭ ਪਾਰਟਿਸਿਪੇਟ ਕਰ ਸਕਦੇ ਡਿਸੀਜਨ ਲੈਂਦੇ, ਜਿਹਨੂੰ ਜਿੱਥੇ ਡਿਸੀਜਨ ਸਹੀ ਲੱਗਦਾ ਉਹ ਕੀ ਹੈ, ਉੱਥੇ ਡਿਸੀਜਨ ਲੈ ਸਕਦਾ। ਓਕੇ ਜੀ, ਨੈਕਸਟ ਪੁਆਇੰਟ ਇਜ਼ ਸਕੈਲਰ ਚੇਨ। ਸਕੈਲਰ ਚੇਨ ਕੀ ਹੈ, ਕਹਿੰਦੇ ਹਾਇਰਾਰਕੀ ਨੇ, ਹਾਇਰਾਰਕੀ ਵੀ ਬੋਲ ਦਿੰਦੇ ਨੇ ਇਸਨੂੰ, ਬ੍ਰਿਟਿਸ਼ ਤੇ UK ਵਾਲਾ ਟੱਚ ਲਾਈਕ ਤੇ ਹਾਇਰਾਰਕੀ ਬੋਲਦੇ ਨੇ। ਜੋ ਹਾਇਰਾਰਕੀ ਹੈ ਡਿਪੈਂਡ ਕਰਦਾ ਹੈ ਕਿੱਦਾਂ ਹੋਣੀ ਚਾਹੀਦੀ ਹੈ। ਕਹਿੰਦੇ ਕਦੇ ਤੁਸੀਂ ਡਾਇਰੈਕਟਲੀ ਟੌਪ ਨਾਲ ਗੱਲ ਨਹੀਂ ਕਰ ਸਕਦੇ, ਤੁਹਾਨੂੰ ਇੱਕ ਸੀਕੁਐਂਸ ਫੋਲੋ ਕਰਨੀ ਚਾਹੀਦੀ ਗੱਲਬਾਤ ਕਰਨ ਦੀ। ਅਗਰ ਮੰਨ ਕੇ ਚਲੋ ਕਹਿੰਦੇ A ਪਰਸਨ ਹੈ, ਪਹਿਲਾਂ ਉਹ ਆਪਣੇ ਟੌਪ ਨਾਲ ਕੋਈ ਗੱਲ ਕਰੇਗਾ B, ਫਿਰ ਉਹ ਆਪਣੇ ਟੌਪ ਕੋਲ ਕੋਈ ਮੈਸੇਜ ਭੇਜੇਗਾ C ਤੋਂ D ਕੋਲ ਜਾਏਗਾ, D ਉਹਨੂੰ ਕੀ ਹੈ ਉੱਤੇ ਜੋ E ਪਰਸਨ ਹੈ ਉਸ ਨੂੰ ਕੀ ਪਰਫਾਰਮ ਕਰੇਗਾ। ਹਾਇਰਾਰਕੀ ਮਤਲਬ ਕਿ ਤੁਸੀਂ ਇੱਕ ਸੀਕੁਐਂਸ, ਇੱਕ ਲੈਵਲ ਕਰ ਰਹੇ ਹੋ। ਟੌਪ ਨੇ ਵੀ ਅਗਰ ਨੀਚਲੇ ਵਾਲੇ ਮਤਲਬ ਸਭ ਤੋਂ ਲੋਅਰ ਪਰਸਨ ਨਾਲ ਗੱਲ ਕਰਨੀ, ਉਹ ਡਾਇਰੈਕਟ ਗੱਲ ਨਹੀਂ ਕਰੇਗਾ। E ਕਿਸ ਨੂੰ ਮੈਸੇਜ ਕਨਵੇ ਕਰੇਗਾ, D ਕਿਹਨੂੰ ਕਰੇਗਾ, C ਕਿਹਨੂੰ ਕਰੇਗਾ, B ਨੂੰ, B ਕਿਹਨੂੰ ਕਰੇਗਾ, A। ਤਾਂ ਕਹਿੰਦੇ ਤੁਸੀਂ ਕੀ ਹੈ, ਸਕੈਲਰ ਚੇਨ ਮਤਲਬ ਹੁੰਦਾ ਇੱਕ ਸੀਕੁਐਂਸ ਡਿਸਾਈਡ ਕਰਨਾ ਵੀ ਜੇ ਅਸੀਂ ਕਿਸੇ ਨੂੰ ਮੈਸੇਜ ਕਨਵੇ ਕਰਨਾ, ਕਮਿਊਨੀਕੇਸ਼ਨ ਕਰਨੀ ਹੈ, ਅਸੀਂ ਕਿਸ ਵੇ ਨਾਲ ਕਮਿਊਨੀਕੇਟ ਕਰਾਂਗੇ। ਓਕੇ ਜੀ, ਆਰਡਰ ਮਤਲਬ ਇੱਥੇ ਆਰਡਰ ਉਹਨੇ ਕਿ ਕੁਝ ਨੂੰ ਕੰਮ ਦੱਸਣਾ, ਇੱਥੇ ਆਰਡਰ ਦਾ ਮਤਲਬ ਹੈ ਸੀਕੁਐਂਸ, ਕਿ ਅਸੀਂ ਕੰਮ ਕਿੱਦਾਂ ਪਰਫਾਰਮ ਕਰਨਾ। ਕਹਿੰਦੇ ਜਦੋਂ ਆਰਗੇਨਾਈਜੇਸ਼ਨ ਵਿੱਚ ਅਸੀਂ ਕੰਮ ਕਰ ਰਹੇ ਹਾਂ ਤਾਂ ਕੰਮ ਨੂੰ ਪਰਫਾਰਮ ਕਰਨ ਦਾ ਕਹਿੰਦੇ ਇੱਕ ਸੀਕੁਐਂਸ ਹੋਣਾ ਚਾਹੀਦਾ। ਫਰਸਟ ਤੇ ਅਸੀਂ ਕੀ ਪਰਫਾਰਮ ਕਰਨਾ, ਸੈਕਿੰਡ ਤੇ ਅਸੀਂ ਕੀ ਪਰਫਾਰਮ ਕਰਨਾ, ਥਰਡ ਤੇ ਅਸੀਂ ਕੀ ਹੈ ਕਿਸ ਚੀਜ਼ ਨੂੰ ਪਰਫਾਰਮ ਕਰ ਰਹੇ ਹਾਂ। ਮੀਨਸ ਪਹਿਲਾਂ ਮੈਂ ਕੀ ਕਰੂੰਗੀ, ਪਰਚੇਸ ਕਰੂੰਗੀ, ਫਿਰ ਕੀ ਕਰੂੰਗੀ, ਮੈਂ ਉਹਨੂੰ ਪ੍ਰੋਡਿਊਸ ਕਰੂੰਗੀ, ਨੈਕਸਟ ਕੀ ਕਰੂੰਗੀ, ਪੈਕ ਕਰੂੰਗੀ, ਫਿਰ ਉਸ ਨੂੰ ਕੀ ਕਰ ਰਹੀ ਹਾਂ, ਸੇਲ ਕਰ ਰਹੀ ਹਾਂ। ਕੋਈ ਵੀ ਕੰਮ ਨੂੰ ਕਹਿੰਦੇ ਕਰਨ ਦਾ ਸੀਕੁਐਂਸ ਜੋ ਆਰਡਰ ਹੈ ਤੁਸੀਂ ਪਹਿਲਾਂ ਹੀ ਡਿਫਾਈਨ ਕਰੋ ਕਿ ਹਾਊ ਟੂ ਪਰਫਾਰਮ ਆ ਵਰਕ, ਕਿ ਅਸੀਂ ਕਿਹੜਾ ਕੰਮ ਕਿੱਦਾਂ ਕਰ ਰਹੇ ਹਾਂ, ਪਹਿਲ ਤੇ ਕਿਹੜਾ ਹੋਏਗਾ। Also next point ਹੈ ਇਕੁਇਟੀ। ਇਕੁਇਟੀ ਮਤਲਬ ਹੁੰਦਾ ਇਕੁਅਲ। ਕਹਿੰਦੇ ਜਿੰਨੇ ਵੀ ਸਾਡੇ ਕੋਲ EMPLOYEES ਨੇ ਸਭ ਨੂੰ ਇਕੁਅਲ ਟ੍ਰੀਟ ਕਰੋ, ਉਹਨਾਂ ਨੂੰ ਕਹਿੰਦੇ ਇਕੁਅਲ ਰਿਸਪੈਕਟ ਦੇਣੀ ਹੈ। ਕਹਿੰਦੇ ਜਿਹੜਾ ਤੁਸੀਂ ਡਿਸਕ੍ਰਿਮੀਨੇਟ ਹੈ ਤੁਸੀਂ EMPLOYEES ਦੇ ਵਿੱਚ ਨਹੀਂ ਕਰੋਗੇ। ਡਿਸਕ੍ਰਿਮੀਨੇਸ਼ਨ ਦੇਖੋ ਤੁਸੀਂ ਇਹਨੂੰ ਐਕਸਪਲੇਨ ਕਿੱਦਾਂ ਵੀ ਕਰ ਸਕਦੇ ਹੋ ਕਿ ਉਸ ਦਾ ਜੋ ਵੀ ਕੀ ਹੈ ਜੈਂਡਰ ਹੈ, ਜੈਂਡਰ ਦੇ ਬੇਸਿਸ ਤੇ ਤੁਸੀਂ ਨਹੀਂ ਕਰ ਸਕਦੇ। ਉਹਦਾ ਰੇਸ ਸਿਸਟਮ ਕੀ ਹੈ, ਉਹਦੀ ਕਾਸਟ ਕੀ ਹੈ, ਉਹਦਾ ਰਿਲੀਜਨ ਕੀ ਹੈ, ਕਹਿੰਦੇ ਇਹਨਾਂ ਦੇ ਬੇਸਿਸ ਤੇ ਕੀ ਹੈ ਤੁਸੀਂ ਇੱਕ EMPLOYEE ਨੂੰ ਜੱਜ ਜਾਂ ਡਿਸਕ੍ਰਿਮੀਨੇਟ ਨਹੀਂ ਕਰੋਗੇ। ਹਰ EMPLOYEE ਨੂੰ ਤੁਸੀਂ ਇਕੁਅਲ ਤੇ ਰਿਸਪੈਕਟਫੁਲੀ ਕੀ ਕਰੋਗੇ, ਟ੍ਰੀਟ ਕਰੋਗੇ। ਨੈਕਸਟ ਕੀ ਹੈ ਸਟੇਬਿਲਿਟੀ। ਸਟੇਬਿਲਿਟੀ ਮੀਨਸ ਕੀ ਹੈ, ਕਹਿੰਦੇ ਜਦੋਂ ਤੁਸੀਂ EMPLOYEES ਨੂੰ ਹਾਇਰ ਕਰਦੇ ਹੋ ਉਹਨੂੰ ਇੱਕ ਕੀ ਫਿਕਸ ਟਾਈਮ ਦੱਸੋ, ਸਟੇਬਲ ਟਾਈਮ ਦਿਓ। ਕਹਿੰਦੇ ਦੇਖੋ ਅਗਰ ਮੈਨੂੰ ਕਾਲਜ ਵਾਲੇ ਹਾਇਰ ਕਰਨ ਐਜ਼ ਅ ਟੀਚਰ, ਮੈਨੂੰ ਕਾਲਜ ਵਾਲੇ ਕੀ ਕਹਿ ਰਹੇ ਕਿ ਮੈਮ ਤੁਸੀਂ ਸਿਰਫ ਨਾ 2 ਮੰਥਸ ਲਈ ਅਸੀਂ ਤੁਹਾਨੂੰ ਹਾਇਰ ਕਰ ਰਹੇ ਹਾਂ, 2 ਮੰਥ ਦੇ ਵਿੱਚ ਨਾ ਤੁਸੀਂ ਅਕਾਊਂਟਸ ਦਾ ਸਿਲੇਬਸ ਕਰਵਾ ਦਿਓ। ਤਾਂ ਮੇਰੇ ਮਾਈਂਡ ਦੇ ਵਿੱਚ ਕੀ ਹੋਏਗਾ ਵੀ 2 ਮੰਥ ਤਾਂ ਰੱਖਣਾ, ਮੈਂ ਕਿਉਂ ਬਰਡਨ ਲਵਾਂ ਜਦੋਂ ਮੇਰੀ ਜੌਬ ਫਿਕਸ ਹੀ ਨਹੀਂ ਹੈ। ਇਸ ਕਰਕੇ ਕਹਿੰਦੇ ਅਗਰ ਤੁਸੀਂ ਆਪਣੇ EMPLOYEES ਤੋਂ ਅੱਛਾ ਕੰਮ ਲੈਣਾ ਚਾਹੁੰਦੇ ਹੋ, ਕਹਿੰਦੇ ਉਹਨਾਂ ਜੌਬ ਨੂੰ ਕੀ ਕਰੋ, ਫਿਕਸ ਕਰ ਦਿਓ। ਉਹਨਾਂ ਵਿੱਚ ਇਹ ਫੀਅਰ ਹੀ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਕਦੋਂ ਵੀ ਹਟਾ ਸਕਦੇ ਆ, ਮੇਰੀ ਜੌਬ ਸਿਕਿਉਰ ਨੇ। ਕਹਿੰਦੇ ਨਹੀਂ ਤਾਂ ਉਹ ਅੱਧਾ ਟਾਈਮ ਸਿਰਫ ਇਸੇ ਚੀਜ਼ ਦੇ ਵਿੱਚ ਵੇਸਟ ਕਰ ਦੇਣਗੇ ਕਿ ਮੇਰੀ ਜੌਬ ਫਿਕਸ ਨਹੀਂ ਹੈ, ਮੈਂ ਆਰਗੇਨਾਈਜੇਸ਼ਨ ਲਈ ਕਿਉਂ ਕੰਮ ਕਰਾਂ।
ਤਾਂ ਕਹਿੰਦੇ ਅਗਰ ਉਹਨਾਂ ਦੇ ਵਿੱਚ ਇਹ ਮਾਈਂਡ ਦੇ ਵਿੱਚ ਹੋਏਗਾ ਹੀ ਨਹੀਂ, ਉਹ ਕੀ ਸੋਚਣਗੇ ਮੇਰੀ ਫਿਕਸ ਜੋਬ ਹੈ। ਦੇਖੋ ਪੋਜ਼ਿਟਿਵ ਨੈਗੇਟਿਵ ਦੋਨੋਂ ਹੋ ਸਕਦੇ ਨੇ। ਕੁਝ ਪਰਸਨ ਜਦੋਂ ਫਿਕਸਡ ਹੋ ਜਾਂਦੇ ਨੇ, ਮਤਲਬ ਰੈਗੂਲਰ ਹੋ ਜਾਂਦਾ, ਉਹਨਾਂ ਨੂੰ ਕੀ ਲੱਗਦਾ ਹੁਣ ਸਾਨੂੰ ਕਿਹੜਾ ਕੋਈ ਕੱਢ ਸਕਦਾ, ਅਸੀਂ ਕਰੀਏ ਨਾ ਕਰੀਏ। ਪਰ ਇੱਥੇ ਉਹਨਾਂ ਨੇ ਪੋਜ਼ਿਟਿਵ ਪੁਆਇੰਟ ਇਹ ਚੀਜ਼ ਦੱਸੀ ਹੈ ਕਿ ਉਹ EMPLOYE ਕੀ ਸੋਚੇਗਾ, ਹੁਣ ਮੈਂ ਆਪਣੀ ਆਰਗੇਨਾਈਜੇਸ਼ਨ ਚ ਕੀ ਹੈ, ਫਿਕਸ ਹਾਂ, ਇਹ ਮੇਰੀ ਹੀ ਆਰਗੇਨਾਈਜੇਸ਼ਨ ਹੈ, ਅੱਜ ਨਹੀਂ ਤਾਂ ਕੱਲ ਮੈਨੂੰ ਕੰਮ ਕਰਨਾ ਪਏਗਾ ਹੀ ਪਏਗਾ। ਜਿਵੇਂ ਹੁਣ ਦੇਖੋ ਕੋਈ ਟੀਚਰ ਹੈ, ਉਹ ਕੀ ਮੰਨੇਗਾ ਕਿ ਅਗਰ ਮੈਂ ਫਰਸਟ ਮੰਥ ਨਹੀਂ ਸਿਲੇਬਸ ਕਰਵਾ ਰਿਹਾ, ਮੈਨੂੰ ਸੈਕਿੰਡ ਕਰਵਾਉਣਾ ਪਏਗਾ, ਸੈਕਿੰਡ ਨਹੀਂ ਕਰਵਾ ਰਿਹਾ, ਮੈਨੂੰ ਥਰਡ ਕਰਵਾਉਣਾ ਪਏਗਾ। ਕਰਵਾਉਣਾ ਤਾਂ ਪਏਗਾ ਹੀ ਨਾ, ਕਿਉਂਕਿ ਮੇਰੀ ਜੋਬ ਕੇ 6 ਮੰਥਸ ਲਈ ਕੀ ਹੈ, ਸਟੇਬਲ ਹੈ। ਪਰ ਉਹੀ ਜੋਬ ਅਗਰ 1 ਮੰਥ ਲਈ 15 ਦਿਨਾਂ ਲਈ ਹੈ, ਮੈਨੂੰ ਕੀ ਲੱਗੇਗਾ ਕਿ 15 ਦਿਨ ਹਾਂ ਮੈਂ ਕਰਵਾਵਾਂ ਨਾ ਕਰਵਾਵਾਂ ਡਜ਼ਨਟ ਮੈਟਰ, ਅਗਲੇ ਟੀਚਰ ਆਪੇ ਕੀ ਕਵਰ ਅਪ ਕਰਵਾਤੇ ਹੈ, ਕਿਉਂਕਿ 3 ਮੰਥਸ ਜਾਂ 4 ਮੰਥਸ ਪੈਂਡਿੰਗ ਨੇ। ਤਾਂ ਸਟੇਬਿਲਿਟੀ ਕਹਿੰਦੇ ਕੀ ਕਰਦਾ ਹੈ, ਜੋਬ ਫੀਅਰ ਜੋ ਸਾਡੀ ਸਿਕਿਉਰ EMPLOYE ਹੈ, ਉਹਦਾ ਜੋਬ ਦਾ ਫੀਅਰ ਕੀ ਹੋ ਜਾਏਗਾ, ਘੱਟ ਹੋ ਜਾਏਗਾ, ਉਹ ਸਿਕਿਉਰ ਜ਼ਿਆਦਾ ਰਹੇਗਾ ਆਪਣੀ ਜੋਬ ਲਈ। ਤੇ ਕਹਿੰਦੇ ਉਹ ਕੀ ਇਸ ਕਰਕੇ ਆਪਣੀ ਡਿਊਟੀ ਨੂੰ ਅੱਛੇ ਤਰੀਕੇ ਨਾਲ ਪਰਫਾਰਮ ਕਰ ਸਕਦਾ। ਇਨੀਸ਼ੀਏਟਿਵ ਮਤਲਬ ਹੁੰਦਾ ਪਾਰਟਿਸਿਪੇਟ ਕਰਨਾ, ਕਿ ਸਭ ਤੋਂ ਪਹਿਲਾਂ ਬੋਲਣਾ ਵੀ ਮੈਂ ਇਹ ਕੰਮ ਕਰਨ ਲਈ ਰੈਡੀ ਹਾਂ। ਕਹਿੰਦੇ ਸਪੋਰਟ ਕਰੋ, ਐਨਕਰੇਜ ਕਰੋ ਆਪਣੇ EMPLOYEES ਨੂੰ ਕਿ ਉਹ ਇਨੀਸ਼ੀਏਟਿਵਸ ਲੈਣ, ਉਹ ਪਹਿਲ ਕਰਨ ਆਰਗੇਨਾਈਜੇਸ਼ਨ ਦੇ ਵਿੱਚ ਕਿ ਅਸੀਂ ਇਹ ਕੰਮ ਪਰਫਾਰਮ ਕਰਨਾ ਚਾਹੁੰਦੇ। ਦੇਖੋ ਅਗਰ ਤੁਹਾਨੂੰ ਟੀਚਰ ਆ ਕੇ ਸਿਰਫ ਨਾਰਮਲੀ ਪੁੱਛ ਰਿਹਾ ਕਿ ਕਿਸਨੇ ਪ੍ਰੈਜੈਂਟੇਸ਼ਨ ਦੇਣੀ ਹੈ ਟੌਪਿਕ ਦੀ, ਮੇਬੀ ਤੁਹਾਡੇ ਚੋਂ 2-4 ਜਣੇ ਬੋਲਣਗੇ ਕਿ ਮੈਮ ਅਸੀਂ ਦੇਣ ਦੇ ਵਿੱਚ ਇੰਟਰਸਟਿਡ ਹਾਂ। ਇਨੀਸ਼ੀਏਟਿਵਸ ਲਓਗੇ ਤਾਂ ਕਿ ਇਹ ਜੋ EMPLOYEES ਨੇ ਜਾਂ ਮੈਨੇਜਰਸ ਨੇ, ਉਹਨਾਂ ਦਾ ਖੁਦ ਦੇ ਵਿੱਚ ਆਪਸ ਦੇ ਵਿੱਚ ਅੱਛਾ ਇੰਟਰਸਟ ਬਣੇਗਾ। ਅਗਰ ਅਸੀਂ ਇਨੀਸ਼ੀਏਟਿਵਸ ਮਨਾ ਕਰ ਦਾਂਗੇ ਤਾਂ EMPLOYEES ਦਾ ਕੰਮ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਹੋਏਗਾ। ਸਪੋਜ਼ ਮੰਨ ਕੇ ਚਲੋ ਕਿਸੇ ਸਟੂਡੈਂਟ ਨੇ ਡਾਂਸ ਕਰਨਾ ਸੀ ਪਰਫਾਰਮ, ਉਹਨੂੰ ਮੈਮ ਨੇ ਕਿਹਾ ਨਹੀਂ ਤੂੰ ਸਿੰਗਿੰਗ ਕਰਨੀ, ਕਿ ਉਹਦਾ ਇੰਟਰਸਟ ਹੋਏਗਾ, ਉਹ ਅੱਛੇ ਤਰੀਕੇ ਨਾਲ ਸਿੰਗਿੰਗ ਕਰ ਸਕਦਾ ਅਗਰ ਉਸਦਾ ਇੰਟਰਸਟ ਕਿਹਦੇ ਵਿੱਚ ਹੈ, ਡਾਂਸ ਦੇ ਵਿੱਚ ਹੈ। ਨੈਕਸਟ ਐਂਡ ਲਾਸਟ 14th ਪ੍ਰਿੰਸੀਪਲ ਇਜ਼ ਸਪਿਰਿਟ ਦੇ ਕੋ। ਇਹਦਾ ਮਤਲਬ ਕੀ ਹੈ, ਟੀਮ ਵਰਕ। ਸਿਰਫ ਪੁਆਇੰਟ ਦਾ ਸਾਨੂੰ ਫੈਂਸੀ ਨੇਮ ਲੱਗਦਾ ਹੈ, ਪਰ ਕੀ ਹੈ, ਟੀਮ ਵਰਕ ਹੈ। ਕਹਿੰਦੇ ਆਰਗੇਨਾਈਜੇਸ਼ਨ ਦੇ ਵਿੱਚ ਜੋ ਕੰਮ ਮਿਲਦਾ ਹੈ, ਸਾਨੂੰ ਐਜ਼ ਅ ਟੀਮ ਪਰਫਾਰਮ ਕਰਨਾ ਚਾਹੀਦਾ, ਐਜ਼ ਅ ਯੂਨਿਟੀ ਪਰਫਾਰਮ ਕਰਨਾ ਚਾਹੀਦਾ। ਸਾਨੂੰ ਸਿਰਫ ਖੁਦ ਦਾ ਨਹੀਂ ਸੋਚਣਾ ਚਾਹੀਦਾ, ਸਾਨੂੰ ਗਰੁੱਪ ਦੇ ਅਕੋਰਡਿੰਗ ਜੋ ਕੰਮ ਜਿਸ ਗਰੁੱਪ ਨੂੰ ਪਰਫਾਰਮ ਮਿਲਿਆ, ਸਾਨੂੰ ਐਜ਼ ਅ ਗਰੁੱਪ, ਐਜ਼ ਅ ਟੀਮ ਉਸ ਕੰਮ ਨੂੰ ਪਰਫਾਰਮ ਕਰਨਾ ਚਾਹੀਦਾ। ਦੈਟਸ ਇਟ। ਤਾਂ ਇਹ 14 ਪੁਆਇੰਟਸ ਸੀ, ਕਿਹਨੇ ਦਿੱਤੇ ਸੀ, ਹੈਨਰੀ ਨੇ ਦਿੱਤੇ ਸੀ। ਅੱਗੇ ਉਸ ਤੋਂ ਬਾਅਦ ਸਾਡੇ ਕੋਲ ਸੈਕਿੰਡ ਥਿਊਰੀ ਹੈ ਸਾਇੰਟਿਫਿਕ ਥਿਊਰੀ ਕਿਹਨੇ ਦਿੱਤੀ ਸੀਗੀ, FW ਟੇਲਰ ਨੇ। ਅਗੇਨ ਮੈਨੂੰ ਇਸ ਦੀ ਬੇਸ ਮਤਲਬ ਜੋ ਇੰਟਰੋਡਕਸ਼ਨ ਅਗਰ ਸਾਨੂੰ 5 ਮਾਰਕਸ ਵਿੱਚ ਆ ਰਿਹਾ ਸੀ, 3-4 ਲਾਈਨਸ ਦੇ ਵਿੱਚ ਲਿਖ ਸਕਦੇ ਆ ਕਿ FW ਟੇਲਰ ਕੀ ਸੀਗਾ, ਸਾਇੰਟਿਫਿਕ ਮੈਨੇਜਮੈਂਟ ਦਾ ਫਾਦਰ ਸੀਗਾ, ਇਹਦਾ ਬਰਥ ਇੱਥੇ ਹੋਇਆ, ਇੱਥੇ ਡੈਥ ਹੋਇਆ। ਉਹ ਬੇਸਿਕ ਇਨਫੋਰਮੇਸ਼ਨ ਤੁਸੀਂ ਬੁੱਕ ਦੇ ਵਿੱਚ ਪੜ੍ਹ ਲਿਓ, ਨਹੀਂ ਤਾਂ ਮੈਂ ਸੈਂਡ ਕਰ ਦੂੰਗੀ ਆਨਲਾਈਨ ਸਕਰੀਨਸ਼ਾਟਸ। ਇਸਨੇ ਸਾਨੂੰ ਕੀ ਹੈ, ਬੇਸਿਕਲੀ 5 ਪ੍ਰਿੰਸੀਪਲਸ ਦਿੱਤੇ ਸੀ। ਕੁਝ ਬੁੱਕਸ 4 ਪ੍ਰੈਫਰ ਕਰਦੇ ਆ, ਕੁਝ 5 ਪ੍ਰੈਫਰ ਕਰਦੀਆਂ। ਇਹਦੀ ਐਕਸਪਲੇਨੇਸ਼ਨ ਮੈਂ ਇੱਥੇ ਲਿਖੀ, ਸਿਰਫ ਹਾਈਲਾਈਟਸ ਲਿਖਣੇ। ਫਰਸਟ ਥਿੰਗ ਕੀ ਹੈ, ਸਾਇੰਸ ਨੋਟ ਥੰਬ ਆਫ ਰੂਲ। ਕਹਿੰਦੇ ਜੋ FW ਟੇਲਰ ਨੇ ਕੀ ਕਿਹਾ ਸੀ, ਜੋ ਮੈਨੇਜਮੈਂਟ ਹੈ, ਕਹਿੰਦੇ ਇਸਨੇ ਨਾ ਸਾਇੰਟਿਫਿਕ ਤਰੀਕੇ ਨਾਲ ਜ਼ਿਆਦਾ ਕੀਤੀ ਸੀ। ਕਹਿੰਦੇ ਜਿਵੇਂ ਸਾਡੇ ਕੋਲ ਕੀ ਹੈ, ਸਾਇੰਸ ਇੱਕ ਕੀ ਹੈ, ਸੇਮ ਰਹਿੰਦੀ, ਸਥਿਰ ਰਹਿੰਦੀ, ਸਟੇਬਲ ਰਹਿੰਦੀ। ਕਹਿੰਦੇ ਉਸ ਤਰੀਕੇ ਨਾਲ ਜੋ ਮੈਨੇਜਮੈਂਟ ਹੈ ਨਾ, ਉਸ ਨੂੰ ਵੀ ਸਾਨੂੰ ਐਜ਼ ਅ ਸਾਇੰਸ ਲੈ ਕੇ ਚੱਲਣਾ ਚਾਹੀਦਾ। ਇਹ ਨਹੀਂ ਹੈ ਕਿ ਹਿਟ ਐਂਡ ਟਰਾਇਲ ਕਰੋ। ਹਿਟ ਐਂਡ ਟਰਾਇਲ ਮਤਲਬ ਹੈ ਕਿ ਤੁਸੀਂ ਕਿ ਹਰ ਚੀਜ਼ ਨੂੰ ਵੀ ਪਹਿਲਾਂ ਅਪਲਾਈ ਕਰਕੇ ਦੇਖ ਲਓ, ਅਗਰ ਸਕਸੈਸ ਹੋ ਰਹੀ ਹੈ ਠੀਕ ਹੈ, ਅਗਰ ਨਹੀਂ ਹੋ ਰਿਹਾ ਕੁਝ ਹੋਰ ਗੱਲ। ਕਹਿੰਦੇ ਨਹੀਂ, ਕਹਿੰਦੇ ਜਦੋਂ ਤੁਸੀਂ ਆਰਗੇਨਾਈਜੇਸ਼ਨ 'ਚ ਰਨ ਕਰਦੇ ਹੋ, ਤੁਸੀਂ ਆਪਣੀ ਆਰਗੇਨਾਈਜੇਸ਼ਨ ਨੂੰ ਹਿਟ ਐਂਡ ਟਰਾਇਲ ਬੇਸਿਸ ਤੇ ਨਹੀਂ ਚਲਾ ਸਕਦੇ। ਤੁਹਾਨੂੰ ਕੀ ਕਰਨਾ ਚਾਹੀਦਾ, ਕਹਿੰਦੇ ਪਹਿਲਾਂ ਹੀ ਮੈਥਡਸ ਫਿਕਸ ਕਰਨੇ ਚਾਹੀਦੇ ਆ। ਤੁਹਾਨੂੰ ਪਹਿਲਾਂ ਹੀ ਰਿਸਰਚ ਕਰਨੀ ਚਾਹੀਦੀ ਹੈ ਵੀ ਕਿਹੜਾ ਮੈਥਡ ਸਾਡੇ ਲਈ ਸੁਟੇਬਲ ਹੈ, ਜਾਂ ਕਿਹੜੇ ਮੈਥਡ ਨਾਲ ਸਾਨੂੰ ਜ਼ਿਆਦਾ ਪ੍ਰੋਫਿਟਸ ਜਾਂ ਬੈਨੀਫਿਟ ਹੋ ਰਹੇ ਨੇ। ਕਹਿੰਦੇ ਹਿਟ ਐਂਡ ਟਰਾਇਲ ਤੁਸੀਂ ਨਹੀਂ ਫੋਲੋ ਕਰਨਾ ਚਾਹੀਦਾ। ਤੁਹਾਨੂੰ ਕੀ ਹੈ, ਰਿਸਰਚ ਕਰੋ, ਮੈਥਡ ਆਇਡੈਂਟੀਫਾਈ ਕਰੋ, ਤੁਸੀਂ ਕਿ ਜੋ ਮੈਥਡ ਯੂਜ਼ ਕਰਨਾ ਚਾਹੁੰਦੇ ਹੋ, ਜੋ ਪ੍ਰੋਸੈਸ ਯੂਜ਼ ਕਰਨਾ ਚਾਹੁੰਦੇ ਹੋ, ਉਹ ਕੀ ਸਟੇਬਲ ਰੱਖੋ। ਨੈਕਸਟ ਪ੍ਰਿੰਸੀਪਲ ਕੀ ਕਹਿ ਰਿਹਾ ਸੀ, ਸਾਇੰਟਿਫਿਕਲੀ ਟ੍ਰੇਨਡ EMPLOYEES। ਕਹਿੰਦੇ ਜੋ EMPLOYEES ਨੇ, ਉਹਨਾਂ ਨੂੰ ਤੁਸੀਂ ਕੀ ਪ੍ਰੋਵਾਈਡ ਕਰੋ, ਟ੍ਰੇਨਿੰਗ ਪ੍ਰੋਵਾਈਡ ਕਰੋ। ਉਹਨਾਂ ਨੂੰ ਕਹਿੰਦੇ ਅਗਰ ਟ੍ਰੇਨਿੰਗ ਦੋਗੇ, ਕੋਈ ਕੰਮ ਕਿੱਦਾਂ ਪਰਫਾਰਮ ਕਰਨਾ, ਉਹ ਅੱਛੇ ਤਰੀਕੇ ਨਾਲ ਪਰਫਾਰਮ ਕਰੇਗਾ। ਮਤਲਬ ਅਗਰ ਉਹਨਾਂ ਨੂੰ ਐਕਸਪੀਰੀਅੰਸ ਹੋਏਗਾ, ਐਕਸਪੀਰੀਅੰਸ ਦੇਖੋ ਹਰ ਆਰਗੇਨਾਈਜੇਸ਼ਨ 'ਚ ਨਾ ਆਪਣੀ ਮਸ਼ੀਨਸ ਹੁੰਦੀਆਂ ਨੇ। ਅਗਰ ਮੰਨ ਕੇ ਚੱਲ ਕਰੋ ਐਜ਼ ਅ ਸਰਵਿਸ, ਅਗਰ ਮੈਂ ਹੁਣ ਕੀ ਕਰ ਰਹੀ ਹਾਂ, ਟੀਚ ਕਰ ਰਹੀ ਹਾਂ, ਕੱਲ ਮੈਂ ਬੈਂਕਿੰਗ 'ਚ ਜਾਊਂਗੀ, ਕੀ ਮੇਰਾ ਉੱਥੇ ਐਕਸਪੀਰੀਅੰਸ, ਟੀਚਿੰਗ ਦਾ ਐਕਸਪੀਰੀਅੰਸ ਕੰਮ ਆਏਗਾ, ਨਹੀਂ ਆਏਗਾ। ਇੰਸ਼ੋਰੈਂਸ ਕੰਪਨੀ ਦੇ ਵਿੱਚ ਜਾ ਰਹੀ ਹੈ, ਬੈਂਕਿੰਗ ਤੋਂ, ਬੈਂਕਿੰਗ ਦਾ ਆਪਣਾ ਸਿਸਟਮ ਹੋ ਜਾਏ, ਇੰਸ਼ੋਰੈਂਸ ਦਾ ਆਪਣਾ ਸਿਸਟਮ ਹੋ ਜਾਏ। ਕਹਿੰਦੇ ਜੋ ਤੁਹਾਡੇ ਕੋਲ EMPLOYEES ਤੁਸੀਂ ਹਾਇਰ ਕਰ ਰਹੇ ਹੋ, ਉਹਨਾਂ ਨੂੰ ਕਹਿੰਦੇ ਕਿ ਪਹਿਲਾਂ ਹੀ ਟ੍ਰੇਨਿੰਗ ਪ੍ਰੋਵਾਈਡ ਕਰੋ, ਟ੍ਰੇਨ ਕਰੋ, ਸੋ ਦੈਟ ਕਿ ਉਹ ਅੱਛੇ ਤਰੀਕੇ ਨਾਲ ਕੰਮ ਪਰਫਾਰਮ ਕਰ ਸਕਣ। ਥਰਡ ਪੁਆਇੰਟ ਇਜ਼ ਐਨਸ਼ੋਰ ਮੋਸਟ ਇਫੈਕਟਿਵ ਵੇ ਆਫ ਵਰਕ ਆਰ ਯੂਜ਼ਡ। ਉਹੀ ਚੀਜ਼ ਸੇਮ ਕਹਿੰਦੇ ਜਿਹੜਾ ਸਾਇੰਸ ਵਾਲਾ ਹੈ ਕਿ ਹਿਟ ਐਂਡ ਟਰਾਇਲ ਨਹੀਂ ਯੂਜ਼ ਕਰਨਾ ਚਾਹੀਦਾ। ਕਹਿੰਦੇ ਜਿਹੜਾ ਸਭ ਤੋਂ ਬੈਸਟ ਵੇ ਹੈ, ਕਹਿੰਦੇ ਉਸੇ ਚੀਜ਼ ਨੂੰ ਕੀ ਕਰੋ, ਤੁਸੀਂ ਅਪਲਾਈ ਕਰੋ ਆਪਣੇ ਵਰਕਿੰਗ ਦੇ
ਵੇ ਦੇ ਵਿੱਚ। ਨੈਕਸਟ ਇਜ਼ ਡਿਵਾਈਡ ਵਰਕ ਬਿਟਵੀਨ ਮੈਨੇਜਰ ਐਂਡ ਵਰਕ, ਕਹਿੰਦੇ ਪਹਿਲਾਂ ਹੀ ਡਿਸਾਈਡ ਕਰੋ ਕੌਣ ਕੰਮ ਕੀ ਪਰਫਾਰਮ ਕਰੇਗਾ। ਅਗੇਨ ਉਹੀ ਚੀਜ਼ ਕਿ ਅਥਾਰਟੀ ਐਂਡ ਰਿਸਪੌਂਸਿਬਿਲਿਟੀ ਤੁਸੀਂ ਕੀ ਕਰੋ ਪਹਿਲਾਂ ਹੀ ਡਿਸਾਈਡ ਕਰ ਦੋ ਕੌਣ ਕਿਸ ਨੂੰ ਆਨਸਰੇਬਲ ਹੋਏਗਾ, ਕੌਣ ਕਿਸ ਨੂੰ ਕਿਸ ਕੋਲ ਕਿੰਨੀਆਂ ਪਾਵਰਸ ਨੇ, ਕਿਹੜਾ ਕੰਮ ਕਿਸ ਨੇ ਪਰਫਾਰਮ ਕਰਨਾ, ਸੋ ਦੈਟ ਉਹ ਫੁੱਲ ਈਅਰ ਜਾਂ ਜਿੰਨਾ ਵੀ ਟਾਈਮ ਪੀਰੀਅਡ 3 ਮੰਥ 6 ਮੰਥ ਉਹ ਆਪਣੇ ਅਕੋਰਡਿੰਗ ਆਪਣਾ ਕੰਮ ਕੀ ਹੈ ਕਰ ਸਕਦਾ ਹੈ। ਪੇ ਬੇਸਡ ਔਨ ਰਿਜ਼ਲਟ, ਉਹੀ ਚੀਜ਼ ਹੈ ਕਹਿੰਦੇ ਇਹਨੇ ਕੀ ਕਿਹਾ ਸੀਗਾ FW ਟੇਲਰ ਨੇ, ਕਹਿੰਦੇ ਤੁਸੀਂ ਪੇ ਕਰੋ ਅਕੋਰਡਿੰਗ ਟੂ ਐਫੀਸ਼ੀਐਂਟ। ਅਗਰ ਤਾਂ ਕੋਈ ਐਫੀਸ਼ੀਐਂਟ ਪਰਸਨ ਹੈ, ਐਫੀਸ਼ੀਐਂਟ ਮਤਲਬ ਜੋ ਵਿਦਿਨ ਅ ਟਾਈਮ ਕੰਪਲੀਟ ਕਰ ਰਿਹਾ, ਕਹਿੰਦੇ ਉਹਨੂੰ ਤੁਸੀਂ ਕੀ ਕਰੋ 120% ਪੇ ਕਰੋ, ਤੇ ਜੋ ਪਰਸਨ ਇਨਐਫੀਸ਼ੀਐਂਟ ਹੈ, ਇਨਐਫੀਸ਼ੀਐਂਟ ਜੋ ਮਤਲਬ ਆਪਣਾ ਟਾਈਮ ਤੇ ਨਹੀਂ ਕੰਪਲੀਟ ਕਰ ਰਿਹਾ, ਉਹਨੂੰ ਕਿੰਨਾ ਪੇ ਕਰੋ 80% ਉਸ ਦੀ ਸੈਲਰੀ ਦਾ। ਪਰ ਇਹ ਮਤਲਬ ਕੀ ਹੈ ਇੱਥੇ ਮੈਨੇਜਮੈਂਟ ਇਹ ਹੋਰ ਸਬਜੈਕਟ ਦਾ ਟੌਪਿਕ ਮੈਂ ਇਨਕਲੂਡ ਕਰ ਰਹੀ ਹਾਂ, ਹੈ ਸਹੀ ਵਾਲਾ ਹੀ। ਇਹ ਤੁਸੀਂ ਪੜੋਗੇ ਕੋਸਟ ਅਕਾਊਂਟਿੰਗ, ਅਗਰ ਸਾਨੂੰ ਹੈ MBA ਦੇ ਵਿੱਚ ਕੋਸਟ ਅਕਾਊਂਟਿੰਗ ਵਿੱਚ ਦੱਸਿਆ ਹੋਇਆ, ਤਾਂ ਉਹਨਾਂ ਨੇ ਇਹ ਚੀਜ਼ ਕਿਹਾ ਸੀ ਕਹਿੰਦੇ ਅਕੋਰਡਿੰਗ ਟੂ ਰਿਜ਼ਲਟ ਉਹਨਾਂ ਨੂੰ ਪੇ ਕਰੋ। ਅਗਰ ਐਫੀਸ਼ੀਐਂਟ ਵਰਕਰ ਹੈ ਉਹਨੂੰ ਜ਼ਿਆਦਾ ਪੇ ਕਰੋ, ਜੋ ਇਨਐਫੀਸ਼ੀਐਂਟ ਵਰਕਰ ਹੈ ਉਹਨੂੰ ਕੀ ਹੈ ਘੱਟ ਪੇ ਕਰੋ। ਤਾਂ ਇਹੀ ਸਾਡੇ ਕੋਲ 5 ਪ੍ਰਿੰਸੀਪਲਸ ਨੇ। ਨੈਕਸਟ ਸਾਡੇ ਕੋਲ ਥਿਊਰੀ ਹੈ ਅੱਗੇ। ਨੈਕਸਟ ਇਸ ਪ੍ਰਿੰਸੀਪਲ ਦੇ ਵਿੱਚ ਇਹਨਾਂ ਨੇ ਕੀ ਕਿਹਾ ਹੈ, ਜਿਹੜਾ ਸਾਡੇ ਕੋਲ ਬਿਊਰੋਕ੍ਰੈਟਿਕ ਥਿਊਰੀ ਹੈ, ਇਸ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ ਬਿਊਰੋਕ੍ਰੈਟਿਕ ਮਤਲਬ ਕੀ ਹੁੰਦਾ ਹੈ, ਜੋ ਡਿਸੀਜਨ ਮੇਕਿੰਗ ਹੈ ਨਾ ਉਹ ਕੌਣ ਲਏਗਾ ਸਾਡੇ ਕੋਲ ਫਾਰਮਲ ਵੇ ਦੇ ਵਿੱਚ। ਕਹਿੰਦੇ ਕੌਣ ਲੈਂਦਾ, ਜੋ ਸਾਡੇ ਕੋਲ ਕਿ ਇੱਕ ਸਟੇਟ ਮਤਲਬ ਕੀ ਹੁੰਦਾ ਗਵਰਨਮੈਂਟ ਜਾਂ ਫਿਕਸ ਅਥਾਰਟੀ ਹੀ ਸਾਡੇ ਡਿਸੀਜਨਸ ਲੈਂਦੀ ਹੈ। ਮਤਲਬ ਜਿਵੇਂ ਦੇਖੋ ਹੁਣ ਇੰਡੀਆ ਦੇ ਵਿੱਚ ਗਵਰਨਮੈਂਟ ਹੈ, ਜੋ ਸੈਂਟਰਲ ਗਵਰਨਮੈਂਟ ਹੈ ਉਹ ਡਿਸੀਜਨ ਲੈ ਰਹੀ ਹੈ, ਤੇ ਸਾਡਾ ਕਿਹੜਾ ਸਿਸਟਮ ਹੈ ਬਿਊਰੋਕ੍ਰੈਟਿਕ। ਇਹਦਾ ਮਤਲਬ ਕੀ ਹੈ ਜੋ ਹਾਇਰ ਅਥਾਰਟੀ ਹੈ, ਜੋ ਸੈਂਟਰ ਹੈ, ਵੀ ਇਹਦੇ ਵਿੱਚ ਜੋ ਡਿਸੀਜਨ ਹੈ, ਜਿਵੇਂ ਅਸੀਂ ਕਿਹਾ ਸੀ ਸੈਂਟਰਲਾਈਜ਼ੇਸ਼ਨ ਔਰ ਡੀਸੈਂਟਰਲਾਈਜ਼ੇਸ਼ਨ, ਇਸ ਥਿਊਰੀ ਦੇ ਅਕੋਰਡਿੰਗ ਕਹਿੰਦੇ ਸਾਨੂੰ ਸੈਂਟਰਲਾਈਜ਼ੇਸ਼ਨ ਹੋਣਾ ਚਾਹੀਦਾ। ਪ੍ਰਿੰਸੀਪਲ ਕੀ ਕਹਿ ਰਹੀ ਹੈ, ਪਹਿਲੀ ਚੀਜ਼ ਕੀ ਹੈ ਅਥਾਰਟੀ ਹਾਇਰਾਰਕੀ। ਇਹਦਾ ਮਤਲਬ ਉਹੀ ਚੀਜ਼ ਹੈ ਕਹਿੰਦੇ ਜੋ ਤੁਹਾਡੇ ਕੋਲ ਪਾਵਰਸ ਹੈ ਸਕੈਲਰ ਚੇਨ ਵਾਲਾ ਸੇਮ, ਕਹਿੰਦੇ ਜੋ ਤੁਸੀਂ ਫੋਲੋ ਕਰਨਾ ਹੈ, ਕਹਿੰਦੇ ਤੁਸੀਂ ਇੱਕ ਸਿਸਟਮ ਨਾਲ ਕੀ ਹੈ ਕਮਿਊਨੀਕੇਟ ਕਰੋਗੇ, ਹਰ ਪਰਸਨ ਹਰ ਨਾਲ ਨਹੀਂ ਗੱਲ ਕਰ ਸਕਦਾ। ਜਿਵੇਂ ਐਗਜ਼ਾਮਪਲ ਸਟੂਡੈਂਟ ਪਹਿਲਾਂ ਕਿਸ ਨਾਲ ਗੱਲ ਕਰੇਗਾ, ਟੀਚਰ ਨਾਲ, ਟੀਚਰ ਕਿਸ ਨਾਲ ਕਰੇਗਾ HOD ਨਾਲ, HOD ਕਿਸ ਨਾਲ ਕਰੇਗੀ ਪ੍ਰਿੰਸੀਪਲ ਨਾਲ, ਪ੍ਰਿੰਸੀਪਲ ਅੱਗੇ ਕਿਸ ਨਾਲ ਕਰੇਗੀ ਕਾਲਜ ਦੇ ਪ੍ਰੈਜ਼ੀਡੈਂਟ ਨਾਲ, ਪ੍ਰੈਜ਼ੀਡੈਂਟ ਅੱਗੇ ਕਿਸ ਨਾਲ ਕਰ ਰਹੇ ਨੇ ਡਾਇਰੈਕਟਰਸ ਨਾਲ ਕਰ ਰਹੇ ਨੇ। ਕਹਿੰਦੇ ਇੱਕ ਹਾਇਰਾਰਕੀ ਫੋਲੋ ਕਰੋ ਅਥਾਰਟੀ ਦੀ ਕਿ ਕੌਣ ਕਿਸ ਨੂੰ ਕਿੱਦਾਂ ਗੱਲ ਕਰ ਸਕਦਾ। ਕਹਿੰਦੇ ਸਟੂਡੈਂਟ ਡਾਇਰੈਕਟਰ ਕੋਲ ਨਹੀਂ ਜਾ ਸਕਦਾ, ਕਹਿੰਦੇ ਉਹਨੂੰ ਕੀ ਫੋਲੋ ਕਰਨਾ ਪਏਗਾ, ਉਹਨੂੰ ਇੱਕ ਹਾਇਰਾਰਕੀ ਫੋਲੋ ਕਰਨੀ ਪਏਗੀ ਅਥਾਰਟੀ ਦੀ। ਅਗਰ ਕੰਮ ਡਿਵਾਈਡ ਕਰਨ ਦੀ ਗੱਲ ਆਏਗੀ, ਡਾਇਰੈਕਟਰ ਕਿਹਨੂੰ ਦੇਗਾ ਪ੍ਰੈਜ਼ੀਡੈਂਟ ਨੂੰ, ਪ੍ਰੈਜ਼ੀਡੈਂਟ ਕਿਹਨੂੰ ਦੇਗਾ ਪ੍ਰਿੰਸੀਪਲ ਨੂੰ, ਪ੍ਰਿੰਸੀਪਲ ਵਰਕ ਕਿਹਨੂੰ ਅਸਾਈਨ ਕਰੇਗਾ HOD ਨੂੰ, HOD ਅਸਾਈਨ ਕਿਹਨੂੰ ਕਰੇਗਾ ਟੀਚਰਸ ਨੂੰ, ਟੀਚਰ ਕਿਹਨੂੰ ਅਸਾਈਨ ਕਰਨਗੇ ਸਟੂਡੈਂਟਸ ਨੂੰ। ਨੈਕਸਟ ਥਿੰਗ ਇਜ਼ ਫਾਰਮਲ ਰੂਲਸ ਐਂਡ ਰੈਗੂਲੇਸ਼ਨਸ, ਕਿਉਂਕਿ ਬਿਲਕੁਲ ਜਿੰਨੇ ਵੀ ਤੁਸੀਂ ਇਹਦੇ ਵਿੱਚ ਪੁਆਇੰਟ ਐਕਸਪਲੇਨ ਕਰ ਰਹੇ ਨਾ ਸਿਰਫ ਇਹੀ ਸੋਚ ਕੇ ਕਰਨੇ ਆ ਕਿ ਸਾਡੇ ਜਿਹੜੇ ਟੌਪ ਮੈਨੇਜਮੈਂਟ ਹੈ, ਹਾਇਰ ਅਥਾਰਟੀ ਹੈ, ਉਹੀ ਇਸ ਚੀਜ਼ ਨੂੰ ਕੀ ਕਰੇਗੀ ਪਰਫਾਰਮ ਕਰੇਗੀ। ਫਾਰਮਲ ਰੂਲਸ ਐਂਡ ਰੈਗੂਲੇਸ਼ਨਸ ਹੋਣੇ ਚਾਹੀਦੇ, ਕਹਿੰਦੇ ਪਹਿਲਾਂ ਹੀ ਡਿਫਾਈਨ ਕਰੋ ਕੀ ਆਰਗੇਨਾਈਜੇਸ਼ਨ ਦੇ ਰੂਲਸ ਨੇ, ਰੈਗੂਲੇਸ਼ਨਸ ਨੇ, ਕਿੱਦਾਂ ਅਸੀਂ ਕੰਮ ਪਰਫਾਰਮ ਕਰਨਾ। ਐਗਜ਼ਾਮਪਲ ਲਿਖ ਸਕਦੇ ਹੋ ਵੀ ਅਸੀਂ ਵੇਜਿਸ ਕਿੱਦਾਂ ਪੇ ਕਰਾਂਗੇ, ਲੀਵ ਕਿੱਦਾਂ ਲੈਣੀ ਹੈ, ਪ੍ਰਮੋਸ਼ਨ ਦੇ ਕੀ ਰੂਲਸ ਐਂਡ ਰੈਗੂਲੇਸ਼ਨ ਨੇ, ਡਿਵੋਸ਼ਨ ਕਿੱਦਾਂ ਹੋਏਗੀ, ਸੋ ਨੈਕਸਟ ਕਿ ਡਿਵੀਜ਼ਨ ਆਫ ਲੇਬਰ, ਡਿਵੀਜ਼ਨ ਆਫ ਲੇਬਰ ਅਗੇਨ ਵਰਕ, ਕਹਿੰਦੇ ਜੋ ਤੁਸੀਂ ਕੰਮ ਹੈ ਉਸ ਨੂੰ ਪਹਿਲਾਂ ਹੀ ਡਿਵਾਈਡ ਕਰ ਦੋ, ਕਿਹੜਾ ਪਰਸਨ ਕਿੰਨਾ ਕੰਮ ਪਰਫਾਰਮ ਕਰੇਗਾ। ਕਰੀਅਰ ਓਰੀਐਂਟੇਸ਼ਨ ਨੂੰ ਤੁਸੀਂ ਅਗੇਨ ਗੋਲ ਦੇ ਨਾਲ ਕੰਪੇਅਰ ਕਰ ਸਕਦੇ ਹੋ ਕਿ ਜੋ ਅਸੀਂ ਕੰਮ ਪਰਫਾਰਮ ਕਰਨੇ ਹੈ ਅਸੀਂ ਮੇਨ ਫੋਕਸ ਕਿਹਦੇ ਕਰਾਂਗੇ, ਕਰੀਅਰ ਤੇ ਫੋਕਸ ਕਰਾਂਗੇ, ਅਸੀਂ ਆਰਗੇਨਾਈਜੇਸ਼ਨ ਦੇ ਗੋਲਸ ਤੇ ਫੋਕਸ ਕਰਾਂਗੇ। ਇਸ ਦੇ ਵਿੱਚੋਂ ਜੋ ਹਿਊਮਨ ਰਿਲੇਸ਼ਨ ਹੈ ਅਗੇ ਇਹ ਦਿੱਤਾ ਕਿਨੇ ਸੀਗਾ, ਆਈ ਥਿੰਕ ਸੋ ਮੈਕਸ ਵੈਬਰ, ਮੈਕਸ ਵੈਬਰ ਨੇ ਸਾਨੂੰ ਕੀ ਇਹ ਥਿਊਰੀ ਪ੍ਰੋਵਾਈਡ ਕੀਤੀ ਸੀਗੀ। ਉਸ ਦੀ ਥਿੰਕਿੰਗ ਕੀ ਸੀ, ਕਹਿੰਦੇ ਤੁਸੀਂ ਕੀ ਹੈ ਜ਼ਿਆਦਾ ਪਰਸਨਲ ਨਹੀਂ ਹੋਣਾ। ਨੈਕਸਟ ਪੁਆਇੰਟ ਜਿਵੇਂ ਇਹ ਕਹਿ ਰਿਹਾ ਇੰਪਰਸਨੈਲਿਟੀ, ਉਹ ਕਹਿ ਰਿਹਾ ਕਿ ਹਿਊਮਨ ਰਿਲੇਸ਼ਨ ਤੇ ਤੁਸੀਂ ਫੋਕਸ ਨਹੀਂ ਕਰਨਾ, ਤੁਸੀਂ ਕਿਸ ਬਾਰੇ ਸੋਚਣਾ, ਆਰਗੇਨਾਈਜੇਸ਼ਨ ਬਾਰੇ ਸੋਚਣਾ, ਤੇ ਹਰ ਚੀਜ਼ ਆਰਗੇਨਾਈਜੇਸ਼ਨ ਦੇ ਫੇਵਰ ਦੇ ਵਿੱਚ ਹੀ ਹੋਣੀ ਚਾਹੀਦੀ ਹੈ। ਨੈਕਸਟ ਪੁਆਇੰਟ ਇਜ਼ ਫਾਰਮਲ ਸਿਲੈਕਸ਼ਨ ਪ੍ਰੋਸੈਸ, ਉਹੀ ਚੀਜ਼ ਹੈ ਸਿਲੈਕਸ਼ਨ ਮਤਲਬ ਇੱਥੇ ਅਸੀਂ ਜਿਹੜੇ ਸਾਡੇ ਵਰਕਰਸ ਨੇ ਉਹਨਾਂ ਨੂੰ ਅਸੀਂ ਹਾਇਰ ਕਰ ਰਹੇ ਹਾਂ ਜੋਬ ਲਈ, ਕਹਿੰਦੇ ਅਸੀਂ ਜੇ ਕਿਸੇ ਪਰਸਨ ਨੂੰ ਹਾਇਰ ਕਰ ਰਹੇ ਹਾਂ, ਅਸੀਂ ਜੋਬ ਲਈ ਸਿਲੈਕਟ ਕਰ ਰਹੇ ਹਾਂ, ਇੱਕ ਫਾਰਮਲ ਸਿਲੈਕਸ਼ਨ ਹੋਣੀ ਚਾਹੀਦੀ ਹੈ। ਤੁਸੀਂ ਸਿਲੈਕਸ਼ਨ ਟਾਈਮ ਡਿਸਾਈਡ ਕਰੋਗੇ ਤੁਹਾਡੀ ਜੋਬ ਦੀ ਰਿਕੁਆਇਰਮੈਂਟ ਕੀ ਹੈ, ਰਿਕੁਆਇਰਮੈਂਟ ਦੇ ਅਕੋਰਡਿੰਗ ਸਾਡਾ ਕਿਹੜਾ ਇੰਪਲੋਈ ਕੁਆਲੀਫਾਈਡ ਹੈ, ਜੇ ਕੁਆਲੀਫਾਈਡ ਨੇ ਤਾਂ ਅਸੀਂ ਉਹਦੇ ਵਿੱਚ ਕੀ ਫੀਚਰਸ ਸਕਿੱਲਸ ਨੇ, ਕੀ ਉਹਦੇ ਅਬਿਲਿਟੀਜ਼ ਨੇ, ਕੈਪੇਬਿਲਿਟੀਜ਼ ਨੇ, ਉਸ ਤੁਸੀਂ ਇੰਟਰਵਿਊ ਵਿੱਚ ਕੀ ਪੁੱਛਣਾ, ਕਿੱਦਾਂ ਸਿਲੈਕਟ ਕਰਨਾ, ਉਦੋਂ ਓਰੀਐਂਟੇਸ਼ਨ ਕਰਨੀ ਹੈ, ਸਾਰਾ ਪ੍ਰੋਸੈਸ ਕਹਿੰਦੇ ਤੁਸੀਂ ਕਿ ਪਹਿਲਾਂ ਹੀ ਡਿਫਾਈਨ ਕਰਕੇ ਚਲੋਗੇ ਅੱਗੇ। ਜਿਹਦੇ ਵਿੱਚ ਮੈਂ ਹਿਊਮਨ ਰਿਲੇਸ਼ਨ ਨਹੀਂ ਐਡ ਕੀਤੀ ਸੀ, ਪਰ ਵੈਸੇ ਦੱਸ ਦਿੰਦੇ ਆ ਹਿਊਮਨ ਰਿਲੇਸ਼ਨ ਦੇ ਵਿੱਚ ਅਸੀਂ ਸਭ ਚੀਜ਼ਾਂ ਖਾਸ ਤੇ ਫੋਕਸ ਕਰਦੇ ਹਿਊਮਨ ਦੇ ਵਿੱਚ। ਕਹਿੰਦੇ ਇਹ ਕੀ ਹੋਇਆ ਸੀ ਹਿਊਮਨ ਰਿਲੇਸ਼ਨਸ਼ਿਪ ਦੇ ਵਿੱਚ
एक ने ਦਿੱਤੀ ਸੀਗੀ ਹੈਲਟਨ आई थिंक सो हैल्टन समथिंग करके कुछ नेम सी इस द राइटर दा ਕਹਿੰਦੇ ਇਸ ਦੇ ਆਥਰ ਨੇ ਕੀ ਕਿਹਾ ਸੀ ਕਹਿੰਦੇ ਮੇਨ ਫੋਕਸ ਇਹਨੇ ਕੀ ਕੀਤਾ ਸੀ ਹਿਊਮਨ ਰਿਲੇਸ਼ਨ ਤੇ ਕੀਤਾ ਸੀ ਉਹਨੇ ਕੀ ਕਿਹਾ ਸੀ ਜੋ ਸਾਡੇ ਕੋਲ ਵਰਕਰਸ ਨੇ ਉਹਨਾਂ ਨੂੰ ਕਹਿੰਦੇ ਐਜ਼ ਅ ਮਸ਼ੀਨ ਟ੍ਰੀਟ ਨਾ ਕਰੋ ਅਗਰ ਤੁਸੀਂ ਉਹਨੂੰ ਐਜ਼ ਅ ਫੈਮਿਲੀ ਮੈਂਬਰ ਟ੍ਰੀਟ ਕਰੋਗੇ ਤਾਂ ਉਹ ਕਹਿੰਦੇ ਪਰਸਨ ਜੋ ਸਾਡੇ ਕੋਲ ਹਿਊਮਨ ਵਰਕਰਸ ਨੇ ਉਹ ਪਾਰਟਿਸਿਪੇਟ ਕਰਨਗੇ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਆਪਣੀ ਆਰਗੇਨਾਈਜੇਸ਼ਨ ਹੀ ਕੰਸੀਡਰ ਕਰਨਗੇ ਮੀਨਸ ਇੰਡੀਵਿਜੂਅਲ ਦਾ ਇੰਟਰਸਟ ਕਾਦੇ ਵਿੱਚ ਆਲਰੇਡੀ ਕਨਵਰਟ ਹੋ ਜਾਏਗਾ ਆਰਗੇਨਾਈਜੇਸ਼ਨ ਅਗਰ ਕਹਿੰਦੇ ਅਸੀਂ ਹਿਊਮਨ ਰਿਲੇਸ਼ਨਸ਼ਿਪ ਨੂੰ ਬਿਲਡ ਕਰਾਂਗੇ ਅਗਰ ਅਸੀਂ ਉਹਨਾਂ ਨੂੰ ਕੀ ਹੈ ਜੋ ਸਾਡੀ ਵਰਕਿੰਗ ਕੰਡੀਸ਼ਨਸ ਨੇ ਵਰਕਿੰਗ ਕੰਡੀਸ਼ਨਸ ਮੀਨਸ ਜੋ ਕੰਮ ਕਰ ਰਹੇ ਨੇ ਅਗਰ ਅਸੀਂ ਉਹਨਾਂ ਨੂੰ ਬੇਸਿਕ ਕੰਡੀਸ਼ਨਸ ਪ੍ਰੋਵਾਈਡ ਕਰਾਂਗੇ ਨਾ ਉਹ ਹੈਪੀ ਰਹਿਣਗੇ ਅਗਰ ਉਹ ਹੈਪੀ ਰਹਿਣਗੇ ਤਾਂ ਕੀ ਹੈ ਉਹ ਅੱਛੇ ਤਰੀਕੇ ਨਾਲ ਕੰਮ ਕਰ ਸਕਦੇ ਮੀਨਸ ਤੁਸੀਂ ਕੀ ਕਰ ਸਕਦੇ ਹੋ ਉਹਨਾਂ ਨੂੰ ਮੈਡੀਕਲ ਫੈਸਿਲਿਟੀਜ਼ ਦੇ ਸਕਦੇ ਹੋ ਸੈਨੀਟੇਸ਼ਨ ਦੇ ਸਕਦੇ ਹੋ ਲੰਚ ਬ੍ਰੇਕ ਦੇ ਸਕਦੇ ਹੋਗੇ ਅਗਰ ਕੁਝ ਸੇਫਟੀ ਮੇਜ਼ਰਸ ਕਰਨੇ ਉਹ ਕਰ ਸਕਦੇ ਹੋ ਜਿਵੇਂ ਕੈਮੀਕਲ ਫੈਕਟਰੀਜ਼ ਨੇ ਤਾਂ ਮਾਸਕ ਵਗੈਰਾ ਅਗਰ ਉਹਨਾਂ ਨੇ ਵੀਅਰ ਕਰਨੇ ਨੇ ਉਹ ਚੀਜ਼ ਵਰਕਿੰਗ ਹਾਰਸ ਦੇ ਵਿੱਚ ਉਹਨਾਂ ਨੂੰ ਕੀ ਕਰੋ ਟਾਈਮ ਦਿਓ ਵਿੱਚ ਬ੍ਰੇਕ ਦੋ ਕਿ ਉਹ ਅਗਰ ਥੱਕ ਰਹੇ ਨੇ ਸ਼ਿਫਟ ਚੇਂਜ ਹੋ ਰਹੀ ਹੈ ਤਾਂ ਉਹਨਾਂ ਨੂੰ ਅਗਰ ਕੋਈ ਬਿਮਾਰ ਹੈ ਤਾਂ ਲੀਵ ਦੋ ਉਹਨਾਂ ਦੇ ਫੈਮਿਲੀ ਮੈਂਬਰਸ ਲਈ ਕੋਈ ਸੋਸ਼ਲ ਵੈਲਫੇਅਰ ਕਰਨਾ ਉਹ ਕਰੋ ਤਾਂ ਹਿਊਮਨ ਰਿਲੇਸ਼ਨ ਨੂੰ ਤੁਸੀਂ ਕੀ ਕਰੋ ਬਿਲਡ ਕਰਕੇ ਚਲੋ ਅਗਰ ਜਿੰਨਾ ਵਧੀਆ ਤੁਹਾਡਾ ਹਿਊਮਨ ਰਿਲੇਸ਼ਨ ਹੋਏਗਾ ਅਗਰ ਤੁਸੀਂ ਵਰਕਰਸ ਨੂੰ ਆਪਣੇ ਮਸ਼ੀਨ ਨਹੀਂ ਐਜ਼ ਅ ਹਿਊਮਨ ਟ੍ਰੀਟ ਕਰੋਗੇ ਤਾਂ ਉਹ ਵੀ ਤੁਹਾਡੀ ਆਰਗੇਨਾਈਜੇਸ਼ਨ ਨੂੰ ਕੀ ਹੈ ਜ਼ਿਆਦਾ ਇਫੈਕਟਿਵਲੀ ਐਫੀਸ਼ੀਐਂਸੀ ਨਾਲ ਤੇ ਪ੍ਰੋਡਕਟਿਵਿਟੀ ਵੀ ਤੁਹਾਡੀ ਕੀ ਕਰਨਗੇ ਇਨਕਰੀਜ਼ ਕਰਨਗੇ ਕਿਉਂਕਿ ਬਿਊਰੋਕ੍ਰੈਟਿਕ ਤੇ ਹਿਊਮਨ ਰਿਲੇਸ਼ਨਸ਼ਿਪ ਇਹ ਦੋਨੋਂ ਹੀ ਸ਼ਾਰਟ ਨੋਟ ਲਈ ਬਣਦੀਆਂ ਨੇ ਲੌਂਗ ਦੇ ਵਿੱਚ ਜੋ ਸਾਨੂੰ 7 ਮਾਰਕਸ ਦੇ ਵਿੱਚ ਪੇਪਰ ਆਉਂਦਾ ਫਾਈਨਲ ਦੇ ਵਿੱਚ ਉਹਦੇ ਵਿੱਚ ਸਾਨੂੰ ਹੈਨਰੀ ਤੇ ਸਾਇੰਟਿਫਿਕ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਆਏਗੀ ਬਿਊਰੋਕ੍ਰੈਟਿਕ ਤੇ ਹਿਊਮਨ ਰਿਲੇਸ਼ਨ ਦੇ ਵਿੱਚ ਸਾਨੂੰ ਲੌਂਗ ਦੇ ਵਿੱਚ ਬਹੁਤ ਰੇਅਰ ਬਣਦਾ ਮਤਲਬ ਹਾਰਡਲੀ 1% ਚਾਂਸ ਓਕੇ ਜੀ ਨੈਕਸਟ ਥਿੰਗ ਇਜ਼ ਇਹ ਕਰਦੇ ਇੱਕ ਵਾਰ ਇਹ ਲਿੰਕ ਅਸੀਂ ਇੱਥੇ ਸਟਾਪ ਕਰ ਦਿੰਦੇ ਆ